ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਲੈਕਚਰ ਦੇ ਵਿੱਚ એનર્ਜੀ ਟੌਪਿਕ ਸ਼ੁਰੂ ਕੀਤਾ ਸੀ ਡਾਇਨਾਮਿਕਸ ਬੁੱਕਸ ਦਾ, ਤੇ ਲਾਸਟ ਲੈਕਚਰ ਦੇ ਵਿੱਚ ਪ੍ਰਿੰਸੀਪਲ ਆਫ એનર્ਜੀ ਉੱਪਰ ਕੁਐਸਚਨ ਨੰਬਰ ਦੇਖੇ ਸੀਗੇ। ਪ੍ਰਿੰਸੀਪਲ ਆਫ એનર્ਜੀ ਕੀ ਸੀਗਾ? ਚੇਂਜ ਇਨ ਕਾਇਨੈਟਿਕ એનર્ਜੀ ਇਜ਼ ਇਕੁਅਲ ਟੂ ਵਰਕ ਡਨ ਬਾਈ ਇੰਪਰੈਸਡ ਫੋਰਸਿਸ। ਜਿਹੜੇ ਫੋਰਸਿਸ ਉਹਦੇ ਉੱਪਰ ਲੱਗ ਰਹੀਆਂ ਨੇ ਬਾਡੀ ਉੱਪਰ, ਜਿਹਦੇ ਕਰਕੇ ਕਾਇਨੈਟਿਕ એનર્ਜੀ ਚੇਂਜ ਹੋ ਰਹੀ ਹੈਗੀ, ਉਹ ਚੇਂਜ ਜਿਹੜਾ ਹੋਊਗਾ ਵਰਕ ਡਨ ਦੇ ਬਰਾਬਰ ਹੋਊਗਾ ਜਿਹੜਾ ਫੋਰਸਿਸ ਨੇ ਕੀਤਾ ਹੈਗਾ। ਇਹਦੇ ਉੱਪਰ ਬੇਸ ਕੁਝ ਕੁ ਨਿਊਮੈਰੀਕਲ ਪਿੱਛੇ ਲੈਕਚਰ ਵਿੱਚ ਕੀਤੇ ਸੀਗੇ ਜੀ, ਤੇ ਕੁਝ ਕੁ ਨਿਊਮੈਰੀਕਲ ਆਪਾਂ ਨੇ ਇਸ ਲੈਕਚਰ ਵਿੱਚ ਕਰ ਲੈਣੇ। ਤੇ ਜਿਹੜਾ ਪਹਿਲਾ ਨਿਊਮੈਰੀਕਲ ਆਪਾਂ ਕਰਨਾ ਹੈਗਾ ਜੀ, ਉਹ ਹੈਗਾ, ਉਹਦੀ ਸਟੇਟਮੈਂਟ ਤੁਸੀਂ ਦੇਖ ਲਓ। A weight dropped from rest through 42 centimeter on a spring whose modulus is 20 kilogram weight per centimeter causes a maximum shortening of 8 centimeter in the spring. Prove that magnitude of the weight is 12.8 kg ਤੇ G ਆਪਾਂ ਦਿੱਤਾ ਹੋਇਆ ਹੈਗਾ 980 ਸੈਂਟੀਮੀਟਰ ਪਰ ਸੈਕਿੰਡ ਸਕੇਲ ਲੈਣੀ ਹੈ। ਚਲੋ ਸੈਂਟੀਮੀਟਰ ਹੋਊਗਾ ਜੇ ਮੀਟਰ ਚ ਹੋਊਗਾ ਤਾਂ 9.8 ਲੈ ਲਵਾਂਗੇ ਆਪਾਂ। ਹੁਣ ਇਹ ਕੁਐਸਚਨ ਦੇਖਣੇ ਆ ਧਿਆਨ ਨਾਲ। ਮੇਨ ਇਹਦੇ ਵਿੱਚ ਗੱਲ ਕੀ ਹੈਗੀ ਆ, ਕਾਇਨੈਟਿਕ એનર્ਜੀ ਸਿੰਪਲ ਹੀ ਹੋਊਗੀ, ਹਾਫ mv ਸਕੇਅਰ ਹੁੰਦੀ ਹੈ। ਮੇਨ ਹੈਗਾ ਵਰਕ ਡਨ। ਜੇ ਤੁਹਾਨੂੰ ਵਰਕ ਕੱਢਣਾ ਆਉਂਦਾ ਹੈਗਾ ਫਿਰ ਕੁਐਸਚਨ ਸੌਖੇ ਨੇ, ਅਦਰਵਾਈਜ਼ ਆਪਾਂ ਕੁਐਸਚਨ ਟਰਾਈ ਕਰਾਂਗੇ। ਹੁਣ ਧਿਆਨ ਨਾਲ ਦੇਖ ਲਿਓ। ਦਿੱਤਾ ਕੀ ਹੋਇਆ ਉਹ ਦੇਖੋ। ਇੱਕ ਸਟੋਨ ਹੈਗਾ, ਇੱਕ weight ਆ, ਇੱਥੋਂ ਡ੍ਰੌਪ ਕੀਤਾ। ਇਹਦਾ weight ਕਿੰਨਾ ਹੈਗਾ ਆਪਾਂ ਦਿੱਤਾ ਹੋਇਆ। ਇਹਦਾ weight ਦਾ ਮਾਸ ਲੱਭਣਾ ਆਪਾਂ ਕਿੰਨਾ ਹੋਊਗਾ। ਇਹਦਾ ਮਾਸ ਆਪਾਂ m ਮੰਨ ਲਿਆ, ਤੇ ਇਹ ਸਪ੍ਰਿੰਗ ਲੈਂਥ ਨਹੀਂ ਪਤਾ ਕਿੰਨੀ ਆ, ਸਪ੍ਰਿੰਗ ਆ ਜੀ ਲੱਗਿਆ ਹੈ। ਤੇ ਇਹ ਸਪ੍ਰਿੰਗ ਤੋਂ 42 ਸੈਂਟੀਮੀਟਰ ਉਚਾਈ ਤੋਂ ਆਪਾਂ ਡ੍ਰੌਪ ਕੀਤਾ, ਰੈਸਟ ਤੋਂ ਡ੍ਰੌਪ ਕੀਤਾ। ਇਨੀਸ਼ੀਅਲ ਵੈਲੋਸਿਟੀ 0 ਹੋਊਗੀ। ਇਹਦੀ ਜਿਹੜੀ ਉਚਾਈ ਹੈਗੀ ਆ ਸਪ੍ਰਿੰਗ ਤੋਂ ਮਾਸ ਦੀ 42 ਸੈਂਟੀਮੀਟਰ ਹੈਗੀ। ਤੇ ਜਦੋਂ ਇਹ ਡ੍ਰੌਪ ਕੀਤਾ, ਚਲੋ ਵੈਲੋਸਿਟੀ ਵਧੂਗੀ। ਇੱਥੇ ਜਦੋਂ ਸਟ੍ਰਾਈਕ ਕਰੇਗਾ ਸਪ੍ਰਿੰਗ ਨੂੰ, ਕੁਛ ਨਾ ਕੁਛ ਮਾਸ ਦੀ ਵੈਲੋਸਿਟੀ ਹੋਏਗੀ, ਤਾਂ ਇਹ ਥੋੜਾ ਜਿਹਾ ਅੱਗੇ ਲੈ ਜਾਊਗਾ, ਸਪ੍ਰਿੰਗ ਨੂੰ ਅੱਗੇ ਲੈ ਜਾਣਾ ਨੇ। ਕਿਵੇਂ ਫਿਗਰ ਬਣੇਗੀ ਫਿਰ? ਇਹ ਮਾਸ ਜਿਹੜਾ ਹੈਗਾ ਜੋ ਸਟ੍ਰਾਈਕ ਕਰੇਗਾ, ਹੌਲੀ ਹੌਲੀ ਸਪ੍ਰਿੰਗ 'ਚ ਦਬਾਅ ਪਾਏਗਾ। ਮਤਲਬ ਕਿ ਜੋ ਮਾਸ ਆਏਗਾ ਤਾਂ ਸਪ੍ਰਿੰਗ ਜਿਹੜਾ ਹੈਗਾ ਪਹਿਲਾਂ ਇੱਦਾਂ ਇਹ ਦਬਣਾ ਸ਼ੁਰੂ ਹੋ ਜਾਊ ਸਪ੍ਰਿੰਗ। ਤੇ ਜੋ ਦਬਣਾ ਸ਼ੁਰੂ ਹੋ ਜਾਏਗਾ ਫਿਰ ਕੀ ਹੋਊਗਾ, ਜਦੋਂ ਸਪ੍ਰਿੰਗ ਦੇ ਵਿੱਚ ਦਬਾਅ ਪਾਵਾਂਗੇ ਤਾਂ ਇਨਬਿਲਟ ਇੱਕ ਅੰਦਰ ਫੋਰਸ ਪੈਦਾ ਹੋਏਗੀ, ਟੈਂਸ਼ਨ ਇੱਦਾਂ। ਤੇ ਇਹ ਫੋਰਸ ਕੀ ਹੋਏਗੀ ਫਿਰ? ਇਹ ਮਾਸ ਦੇ ਮੋਸ਼ਨ ਰੋਕੇਗੀ। ਜਿਵੇਂ ਜਿਵੇਂ ਦੱਬੀ ਜਾਏਗੀ, ਜਿਹੜਾ ਮਾਸ ਦਾ ਮੋਸ਼ਨ ਜਾਂ ਵੈਲੋਸਿਟੀ ਹੈਗੀ ਆ ਉਹ ਘਟੀ ਜਾਏਗੀ। ਤੇ ਉਰੇ ਆ ਕੇ ਮੰਨ ਲਓ ਇੱਥੇ ਆ ਕੇ ਇਹ ਜਿਹੜੀ ਬਾਡੀ ਹੈਗੀ ਆ ਉਹ ਰੈਸਟ ਤੇ ਆ ਗਈ। ਕਿਉਂਕਿ ਰੈਸਟ ਤੇ ਕਿਉਂ ਆਏਗੀ? ਰੈਸਟ ਤੇ ਬਾਡੀ ਤਾਂ ਆਊਗੀ ਜੇ ਕੋਈ ਇਕੁਅਲ ਕੋਈ ਆਪੋਜ਼ਿਟ ਫੋਰਸ ਲਗਾ ਰਿਹਾ। ਆਪੋਜ਼ਿਟ ਫੋਰਸ ਇਹਦੇ ਵਿੱਚ ਟੈਂਸ਼ਨ ਹੋਏਗੀ, ਇਹਦੇ ਵਿੱਚ ਸਪ੍ਰਿੰਗ ਦੇ ਵਿੱਚ। ਤੇ ਜਿਹੜੀ ਆਹ ਹੈਗੀ ਆ, ਇਹ ਦੱਸਿਆ ਹੈ ਉਹਨਾਂ ਨੇ ਕਿ 8 ਸੈਂਟੀਮੀਟਰ ਤੱਕ ਜਾਏਗੀ। ਜੋ ਮਾਸ ਛੱਡਿਆ ਆਪਾਂ, ਸਪ੍ਰਿੰਗ ਨੂੰ ਸਟ੍ਰਾਈਕ ਕੀਤਾ, ਸਟ੍ਰਾਈਕ ਕਰਕੇ ਫਿਰ ਹੌਲੀ ਵੈਲੋਸਿਟੀ ਘਟੇਗੀ ਕਿ ਨੀਚੇ ਤੱਕ ਜਾਏਗਾ। ਮਾਸ 8 ਸੈਂਟੀਮੀਟਰ ਤੱਕ ਜਾਏਗਾ, ਉਰੇ ਆ ਕੇ ਮਾਸ ਦੀ ਵੈਲੋਸਿਟੀ 0 ਹੋ ਜਾਏਗੀ। ਬਸ ਉਰੇ ਤੱਕ ਹੀ ਗਿਵਨ ਆਪਾਂ ਨੂੰ। ਵੈਸੇ ਇਸ ਤੋਂ ਬਾਅਦ ਕੀ ਹੋਊਗਾ, ਫਿਰ ਸਪ੍ਰਿੰਗ ਖੁੱਲ ਜਾਏਗਾ ਤਾਂ ਮਾਸ ਫਿਰ ਉੱਪਰ ਜਾਣਾ ਸ਼ੁਰੂ ਕਰ ਦੇਗਾ। ਪਰ ਉਹ ਗੱਲ ਨਹੀਂ ਕਰ ਰਹੇ ਹੈਗੇ। ਜਦੋਂ ਮਾਸ ਸਟ੍ਰਾਈਕ ਕੀਤਾ, ਸਟ੍ਰਾਈਕ ਕਰਨ ਤੋਂ ਬਾਅਦ ਇਹ 8 ਸੈਂਟੀਮੀਟਰ ਤੱਕ ਨੀਚੇ ਗਿਆ ਹੈਗਾ। ਮੈਕਸਿਮਮ ਸ਼ਾਰਟਨਿੰਗ ਮਤਲਬ ਵੱਧ ਤੋਂ ਵੱਧ ਛੋਟਾ ਜਿਹੜਾ ਹੈਗਾ ਉਹ 8 ਸੈਂਟੀਮੀਟਰ। ਵੱਧ ਤੋਂ ਛੋਟਾ ਵਾਲਾ ਕੀ ਹੋ ਗਿਆ, ਉਰੇ ਆ ਕੇ ਮਾਸ ਦੀ ਵੈਲੋਸਿਟੀ 0 ਹੋ ਗਈ। ਇਸ ਤੋਂ ਬਾਅਦ ਨੀਚੇ ਨਹੀਂ ਜਾਏਗਾ ਹੋਰ। ਚਲੋ ਇਹ ਗਿਵਨ ਡਾਟਾ ਆਪਾਂ ਇਹ ਪੁੱਛਿਆ ਕਿ ਮਾਸ ਕਿੰਨਾ ਹੋਊਗਾ, ਚ weight ਪਾਇਆ ਹੈ, weight ਨਹੀਂ ਹੈਗਾ, ਮਾਸ ਆਊਗਾ। ਉਹਨਾਂ ਨੇ weight ਕਿਹਾ ਹੈ ਕਿ 12.8 kg ਸ਼ੋ ਕਰਦਾ, weight ਨਹੀਂ ਹੋਊਗਾ, ਮਾਸ ਹੋਊਗਾ ਜੀ। ਤੋ ਇਹ ਆਪਾਂ ਨੂੰ ਡਾਇਗ੍ਰਾਮ ਦਿੱਤੀ ਹੋਈ ਹੈ। ਹੋਰ ਕੀ ਦਿੱਤਾ ਹੋਇਆ ਆਪਾਂ ਨੂੰ? ਇੱਕ ਮੋਡੂਲਸ ਦਿੱਤਾ ਹੋਇਆ। ਇਹ ਧਿਆਨ ਰੱਖਣਾ ਜੀ, ਮੋਡੂਲਸ ਕਿਹਨੂੰ ਕਹਿੰਦੇ ਆ ਆਪਾਂ? ਮੋਡੂਲਸ ਦਿੱਤਾ ਹੋਇਆ ਹੈਗਾ ਜੀ 20 ਕਿਲੋਗ੍ਰਾਮ weight पर सेंटीमीटर।
ਹੁਣ मॉडुलस ਹੁੰਦਾ हैगा जी मॉडुलस ऑफ इलास्टिसिटी बटा लेंथ, ये लेंथ स्प्रिंग की ओरिजिनल लेंथ मॉडुलस ऑफ इलास्टिसिटी बटा ओरिजिनल लेंथ दिता है अपन 20 किलोग्राम वेट पर सेंटीमीटर। हुणे पता होगा कि किलोग्राम वेट नूं आपां न्यूटन च किवें कन्वर्ट करना हुंदा हैगा, इहनूं आपां 9.8 नाल मल्टीप्लाई करना हुंदा न्यूटन पर सेंटीमीटर। मैं सारे यूनिट जिहड़े हैगे ने वो MKS ले रहा, मास किलोग्राम सिस्टम च ले रहे हैं, तो इनू मैं मीटर च कन्वर्ट, मीटर किलोग्राम सिस्टम च ले रहे हैं, इन्हू मीटर च कन्वर्ट कर रहे हैं MKS, जिस तरह मर्जी कर लो, मीटर किलोग्राम सैकेंड ये च ले रहे हैं जी। तो सेंटीमीटर मीटर च कन्वर्ट करांगे बटा ये 1/100 मीटर होंगे एक सेंटीमीटर च, 100 मीटर 1 मीटर दे विच 100 सेंटीमीटर हो गए, 1 सेंटीमीटर च 1/100 मीटर हो गए, वो तो ले जाएंगे ये ऊपर ले गए आप। तो ये आ गया ओवरऑल 22,000 इंटू 9.8 न्यूटन पर मीटर दिता है। चलो आप हुण करना की आप देखो, पहला प्रिंसीपल ऑफ एनर्जी लावांगे आप इहदे विच। पहला आपने काइनेटिक एनर्जी कढनी हैगी है, पहला कितनी सीगी ते बाद चों कितनी सीगी, फाइनल माइनस इनिशियल काइनेटिक एनर्जी जिहड़ी होगी उहनूं चेंज इन काइनेटिक एनर्जी कहांगे, बाद चों लभांगे आपां वर्क डन। पहले लभ रहे हैगे आपां इनिशियल काइनेटिक एनर्जी, ये कितनी होगी 0, क्योंकि स्टार्टिंग रेस्ट तो कितना स्टार्ट, वेलोसिटी 0 हाफ mv² होंदा, तो लिख लेंगे आप ये हाफ mv² हो गया, ये 0 हो गया। तो वधिया गल ये हैगी आ कि फाइनल काइनेटिक एनर्जी भी 0 होएगी। 0 क्यों होएगी, क्यों फाइनली उरे आके बॉडी रेस्ट ते आ गई, स्टार्टिंग भी रेस्ट तो हुई सीगी, स्प्रिंग गया 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 उरे तक देखना अपन, जो बॉडी मास गया उरे आके मास फिर रेस्ट ते आ गया, जे मास रेस्ट ते आ गया तो वेलोसिटी फिर 0 होगी, तो फाइनल काइनेटिक एनर्जी भी 0 होगी। तो देयरफॉर चेंज इन काइनेटिक एनर्जी ये आ गई 0, नंबरिंग 1 पर। हुण आपां सिर्फ लभना हैगा वर्क डन। हुण वर्क डन लभना किवें आ देखो कि ये च वर्क होएगा, हाँ जी वर्क डन बाय ग्रेविटी, वर्क डन बाय ग्रेविटी होएगा किवें, बॉडी ने ओवरऑल कितना डिस्टेंस कवर किया ड्यू टू ग्रेविटी, 42 का आ डिस्टेंस कवर किया, 8 हो नीचे गया, तो ओवरऑल 50 सेंटीमीटर इन डिस्टेंस कवर किया बाय ग्रेविटी। तो वर्क डन बाय ग्रेविटी हुंदा mgh, ये पढ़िया है पहला जी, मास कितना लभना आपां ने, ग्रेविटी होगी 9.8 ते हाइट कितनी है इस केस 42 + 8 50 आ गया, ये आ गया m 9.8 इंटू 50, ये तो वर्क डन बाय ग्रेविटी है। हुण होर गल की देखनी आप वो है कि जो स्प्रिंग दबिया जाऊगा तो स्प्रिंग जिहड़ा हैगा लग भी रहा अपन, ये उल्टे पासे जोर पाएगा नाल दी नाल, मतलब कि स्प्रिंग जिहड़ा हैगा वो भी वर्क करेगा, स्प्रिंग जो है वो भी वर्क करेगा। इत्थे इलास्टिसिटी का कंसैप्ट लग जाऊगा कि स्प्रिंग जिहड़ा हैगा वो भी काम करेगा जी। वो किवें काम करेगा, जिवें ध्यान दे विच होवे वर्क डन बाय इलास्टिक स्ट्रिंग किता सी आपां ने, वर्क डन बाय इलास्टिक स्ट्रिंग हाफ जां मीन ऑफ टेंशनस, ये सीगा मीन ऑफ टेंशनस इनटू एक्सटेंशन, ये सीगा वर्क डन इन इलास्टिक स्ट्रिंग या वर्क डन बाय इलास्टिक स्ट्रिंग, इतना कह दो। ये पहला पढ़िया है आपने, ये आर्टिकल प्रूव किया सी। हुण इहदे विच की हो गया
कि जदों ये स्प्रिंग खिंचा जाऊगा ये टेंशन पैदा होएगी। इलास्टिक स्ट्रिंग वांग इलास्टिसिटी है, जिवें आपां खिंच रहे हैगे आ, इस स्ट्रिंग नूं खिंचदे आ वो टेंशन पैदा होंदी है। स्प्रिंग भी उदां ही हो गया, जो आपां दबाव पावांगे टेंशन पैदा होएगी इहदे विच। तां वर्क डन बाय स्प्रिंग कितना होऊगा? ये होगा मीन ऑफ टेंशनस इनटू एक्सटेंशन, ये वर्क डन होगा। हुण टेंशन पहला कितनी सी ते बाद चों कितनी है, ये देखनी है अपन कि टेंशन पहला कितनी सी ते बाद चों कितनी है। पहला की हैगा कि इत्थों शुरू होया, जो मास जो है स्ट्राइक करेगा स्प्रिंग नूं, उदों कोई दबाव नहीं पैना इहदे उपर। जो स्ट्रिंग च दबाव पएगा तां ही टेंशन पैदा होएगी इहदे विच। तां इह पहला जो स्ट्राइक किया कोई दबाव नहीं पैदा होएगा तां इनिशियल टेंशन 0 होगी। जो अखीर च उरे पहुंचे हैगा, यह टेंशन आप टी सपोज कर रहे वैल्यू कटांगे बाद चों, इन्हां दा मीन इनटू एक्सटेंशन कि किन्नी इहदे विच एक्सटेंशन जां कंप्रैशन हुई है, किन्नी इहदे विच मास करके स्प्रिंग दे विच किन्नी तब्दीली हुई हैगी, किन्नी चेंज हुई है। ये 8 सेंटीमीटर डिफॉर्म होया, छोटा होया। एक्सटेंशन कितनी होगी इस केस 8 सेंटीमीटर। आपां सारा यूनिट मीटर च कन्वर्ट कर रहे हैं तो 8/100 मीटर आ गया, सेंटीमीटर मीटर च कन्वर्ट कर लिया। इनिशियल टेंशन कोई नहीं सी, फाइनल टेंशन उरे आपां लभांगे कितनी आऊगी जी, ये अपने पास आ। हुण टेंशन की हुंदी हैगी है, किता है पहला टेंशन का फॉर्मूला हुंदा हैगा जी लैम्डा एक्स, लैम्डा बाय एल ओरिजिनल लेंथ इनटू एक्स हुंदा कितनी लेंथ आपां ने खिंची हैगी है जां स्प्रिंग दे केस कितनी आपां ने कंप्रेस करी हैगी है। तो ये आ गया लैम्डा एक्स, एक्स कितना हो रहा 8/100। 100 मैं तां पा रहा, सारा यूनिट मैं मीटर च ले रहे हैं जी, इंटू 8/100 अपॉन 2। ये वर्क डन बाय स्प्रिंग आ गया। थोड़ी होर चेंज करनी है मैं, वो किवें देखांगे। तो लैम्डा अपॉन एल दी वैल्यू दी हुई है अपन कितनी होगी 2000 इंटू 9.8 लैम्डा बाय एल दी वैल्यू इंटू 8/100, 8/100 नीचे कितना आ गया 2। ये अपने को ओवरऑल वर्क डन बाय स्प्रिंग कह लो, चाहे स्प्रिंग दे विच कितना वर्क होया, बाय की थां ते ऑन पा लो, वर्क डन ऑन स्प्रिंग। ये किवें हैगा अपने को थोड़ा देखो ध्यान नाल। हुण वर्क डन आपां पहला पढ़िया सी कि पॉजिटिव नैगेटिव किवें हुंदा हैगा। जे फोर्स भी इधर फोर्स ते डिस्प्लेसमेंट डायरैक्शन इक्को आ रही है तो वर्क डन पॉजिटिव हुंदा, जे फोर्स ते डिस्प्लेसमेंट डायरैक्शन ऑपोजिट आ रही है तो वर्क डन नैगेटिव। फोर्स देखो ध्यान नाल, ये टेंशन है, टेंशन की गल कर रहे हैं आप। टेंशन तो इधरले पासे आ, स्प्रिंग वापस इदा जान नूं करेगा। मेरी टेंशन होंदी की है कि एक अजिही इनबिल्ट फोर्स होंदी हैगी है जो विच पैदा होंदी हैगी है। जिवें कोई इलास्टिक स्ट्रिंग आप इधरले पासे खिंच रहे हैं तो टेंशन उल्टे पासे आएगी, इनबिल्ट फोर्स होंदी है। जिस दबाव इधरले पासे पा रहे हो टेंशन दूजे पासे आएगी। तो टेंशन इधरले पासे आ, डिस्प्लेसमेंट अगे नहीं हो रही, डिस्प्लेसमेंट तो इदा वध रही है। देखो डिस्प्लेसमेंट इदा वध रही है, पहला मास ने स्ट्राइक किया, इत्थों आके होर डिफॉर्म हो गया, होर कंप्रैस हो गया, होर कंप्रैस हो गया, इत्थे तक पहुंच गया। तो डिस्प्लेसमेंट इदा हो रही है तो टेंशन उल्टे पासे है, तो डिस्प्लेसमेंट टेंशन डायरेक्शन ऑपोजिट आ गई, तो इस करके फिर आंसर जिहड़ा हैगा और नैगेटिव आऊगा। तो टोटल वर्क डन कितना होगा, एक आ वर्क है जी बाय ग्रैविटी, एक स्प्रिंग उपर वर्क हो रहा है जी। वर्क डन बाय टेंशन भी कह सकते हैं आप, तो दोनों ऐड कर देवांगे तो टोटल वर्क डन कितना आ गया, टोटल वर्क डन ये आ गया जी m 9.850 माइनस 2000 9.8 इंटू 8 इंटू 8 बटा 2 इंटू 100 इंटू 100। प्रिंसीपल ऑफ एनर्जी कहता हैगा कि ये वर्क डन
ਕਾਈਨੈਟਿਕ એનર્ਜੀ ਜਿਹੜੀ ਚੇਂਜ ਕੀਤੀ ਹੈਗੀ ਆ ਉਹਦੇ ਬਰਾਬਰ ਹੋਏਗਾ। Therefore, by principle of energy, change in kinetic energy is equals to work done m। ਇੱਕ ਥੋੜੀ ਜਿਹੀ ਵੀ ਠੀਕ ਕਰਨਾ ਸੀਗਾ ਜੀ, ਤਾਂ ਠੀਕ ਕਰ ਲਿਓ। ਆਪਾਂ ਸਾਰੇ ਜਿਹੜੇ ਯੂਨਿਟ ਹੈਗੇ ਨੇ ਉਹ ਮੀਟਰ ਵਿੱਚ ਕਨਵਰਟ ਕਰ ਰਹੇ ਹੈਗੇ ਆ। ਜਦੋਂ ਆਹ ਵਰਕ ਡਨ ਕੱਢਿਆ ਸੀ ਆਪਾਂ mgh, ਇਹ ਸੈਂਟੀਮੀਟਰ ਸੀਗਾ, ਇਹਨੂੰ ਵੀ ਮੀਟਰ 'ਚ ਕਨਵਰਟ ਕਰਨਾ 100 ਤੇ ਡਿਵਾਈਡ ਕਰਕੇ। ਧਿਆਨ ਰੱਖਣਾ ਯੂਨਿਟ ਸਾਰੇ ਇੱਕੋ ਰੱਖਣੇ ਤਾਂ ਆਂਸਰ ਸਹੀ ਆਊਗਾ ਆਪਣਾ। ਇਹ 9.8 ਆ ਗਿਆ 50/100 ਮਾਈਨਸ 2000 ਇੰਟੂ 9.8 इंटू 8 इंटू 8 बाय 2 इंटू 100 इंटू 100। ये कटिंग कर लो जी, 2 की कटिंग कर लो, 10 आ गया। एक पासे रह गया आप m 9.85/100 इज इक्वल्स टू 10 इंटू 9.8 इंटू 8 इंटू 8 बटा 100 या ये कट गया जी। ये भी कट गया अपना। ये आ गया m इज इक्वल्स टू 10 इंटू 8 इंटू 8/5। तो देखो ध्यान ये लैम्डा बाय एल की वैल्यू भी अपने को 20, mgh हाफ आ गया जी। ये लैम्डा बाय एल की वैल्यू भरती आप 10, थोड़ी गलती हो गई थी 50 पाना सीगा जी, तां ही आंसर नहीं आ रहा सी। 50 आ गया, ये कट गया जी। ये आ गया 64/5, ये 12.8 बन गया। ये सारे अपना MKS कर रहे हैं कि KG विच आंसर आ। चलो हुण आह गल्लां ने जे वर्क डन आपां नूं प्रॉपर कढना आउंदा हैगा तां फिर काम सौखा लगे। जो थोड़े क्वेश्चन आपां होर देखने आ जी। Okay, next question देखो statement. In passing through a plank, the velocity of a rifle bullet changes in the ratio 20:19. How many such planks can it pass through before coming to rest, assuming resistance of motion to be uniform? तो देखो क्या की हैगा जी, कोई plank आ ਉਹਦੀ ਮੋਟਾਈ ਨਹੀਂ ਗਿਵਨ ਦਿੱਤੀ ਵੀ plank ਫੱਟੇ ਨੂੰ ਕਹਿੰਦੇ ਆਪਾਂ। ये फट्टा हैगा, ਇਹਦੀ ਮੋਟਾਈ नहीं गिवन हैगी। इत्थों बुलेट ने स्ट्राइक किया, वेलोसिटी नहीं पता हैगी, वेलोसिटी मान लो v1। जो स्ट्राइक करेगा अंडरस्टूड हैगा कि प्लैंक जिहड़ा हैगा वो बुलेट की वेलोसिटी जिहड़ी हैगी वो डिक्रीज कर देगा ड्यू टू रजिस्टेंस। जदों ये बाहर निकलेगा वेलोसिटी v2 नाल, तां जिहड़ी ये दोनों ही रेशो हैगी आ v1/v2 दी, ये 20/19 हो जाएगी। ਜਾਂ इदा कह लवो जो v2 होएगा वो 19/20 v1, इदा वेलोसिटी घटेगी। सो ये दसता उन्होंने। हुण आपां इदां दे फट्टे जिहड़े हैगे ने, सैकेंड डायग्राम इदां दे फट्टे आपां एक लाइन च अरेंज करते, सेम मोटाई दे इस तरह के फट्टे सारे आपां एक लाइन च अरेंज करते सारे। इदा कह लो कि आप इनफाइनाइट मैनी फट्टे जिहड़े हैगे ने प्लैंक्स हैगे ने एक लाइन च अरेंज कर। हुण जे बुलेट आप स्ट्राइक करांगे सेम वेलोसिटी नाल, कितना किते जाके तां फिर इहदी वेलोसिटी 0 होएगी, क्योंकि इनफाइनाइट मैनी ने फट्टे रोकणगे वेलोसिटी। कहते जदों इहदी वेलोसिटी 0 होएगी, मान लो उरे वेलोसिटी 0 होगी, तां इहने किन्ने प्लैंक क्रॉस कर ले। ये कुछ काउंटिंग पूछी है
ਜਦੋਂ ਇਹਦੀ ਵੈਲੋਸਿਟੀ 0 ਹੋਏਗੀ ਇਹਨੇ ਪਿੱਛੇ ਕਿੰਨੇ ਪਲੈਂਕ ਕ੍ਰਾਸ ਕਰ ਲਏ। ਇਹ ਕੁਐਸਚਨ ਕਿਹਾ ਉਹਨਾਂ ਨੇ, ਮਤਲਬ ਪਲੈਂਕਸ ਦੀ ਕਾਊਂਟਿੰਗ ਲੱਭਣੀ ਆਪਾਂ ਨੇ। ਇਹਨੇ ਲਿਖਿਆ ਹਾਊ ਮੈਨੀ ਸੱਚ ਪਲੈਂਕਸ ਕੈਨ ਇਟ ਪਾਸ ਥਰੂ ਬਿਫੋਰ ਕਮਿੰਗ ਟੂ ਰੈਸਟ। ਰੈਸਟ ਤੇ ਆਉਣ ਤੋਂ ਪਹਿਲਾਂ ਇਹਨੇ ਕਿੰਨੇ ਫੱਟੇ ਪਾਰ ਕਰ ਲਏ। ਇਸ ਕੇਸ ਦੇ ਵਿੱਚ 1 2 3 4 ਦਿਖ ਰਿਹਾ ਆਪਾਂ ਨੂੰ, ਇੱਥੇ ਵੈਲੋਸਿਟੀ 0, ਇਹ ਪੂਰਾ ਪਾਰ ਨਹੀਂ ਕੀਤਾ ਉਹਨੇ, ਪਰ 1 2 3 4 ਪਾਰ ਕਰ ਲਏ, 4 ਇਹਨੇ ਕ੍ਰਾਸ ਕਰ ਲਏ। ਹੁਣ ਇਹ ਆਪਾਂ ਲੱਭਣਾ ਹੈਗਾ ਕਿ ਇਹ ਕਿਵੇਂ ਹੋਊਗਾ। ਸੋ ਦੇਖੋ ਉਹੀ ਇਹ ਕੁਐਸਚਨ ਪਹਿਲਾਂ ਵੀ ਲਾਸਟ ਲੈਕਚਰ 'ਚ ਵੀ ਕਰੇ ਸੀ ਆਪਾਂ ਨੇ ਨਾਲ ਦੇ। ਸੋ ਇਹ ਪਹਿਲਾਂ ਡਾਇਗਰਾਮ ਫਿਗਰ ਪਹਿਲੀ ਹੈਗੀ ਆ, ਫਿਰ ਫਿਗਰ ਦੂਜੀ ਹੈਗੀ ਆ, ਦੋਨਾਂ ਵਾਸਤੇ ਅਲੱਗ-ਅਲੱਗ ਡਿਸਕਸ ਕਰਾਂਗੇ ਆਪਾਂ, ਪ੍ਰਿੰਸੀਪਲ ਆਫ એનર્ਜੀ ਲਾਵਾਂਗੇ। ਫੋਰ ਫਿਗਰ ਪਹਿਲਾਂ ਫਸਟ ਕਰ ਰਹੇ ਹਾਂ, ਇਹ ਮੈਂ ਸਿੱਧੇ ਲਿਖਿਆ ਜੀ। ਇਹਦਾ ਰਜਿਸਟੈਂਸ ਮੈਂ R ਲੈ ਰਿਹਾ ਜੀ, ਡਿਸਟੈਂਸ X। ਵਰਕ ਡਨ ਜਿਹੜਾ ਹੋਊਗਾ ਫੋਰਸ ਇਨਟੂ ਡਿਸਟੈਂਸ ਹੋਏਗਾ ਇਸ ਕੇਸ ਦੇ ਵਿੱਚ। ਤਾਂ ਫਿਗਰ 1 ਵਾਸਤੇ ਜਿਹੜਾ ਵਰਕ ਡਨ ਹੈਗਾ ਉਹ R ਇਨਟੂ X ਹੋਊਗਾ, ਇਹ ਨੈਗੇਟਿਵ, ਕਿਉਂਕਿ ਫੋਰਸ ਇਧਰਲੇ ਪਾਸੇ, ਰਜਿਸਟੈਂਸ ਇੱਧਰ ਨੂੰ ਰੋਕੇਗੀ, ਡਿਸਪਲੇਸਮੈਂਟ ਇਧਰਲੇ ਪਾਸੇ ਹੋਈ ਹੈ। ਇਹ ਲਾਸਟ ਲੈਕਚਰ ਕਰਿਆ ਸੀ ਆਪਾਂ ਨੇ। ਇਹ ਵਰਕ ਡਨ ਆ ਗਿਆ। ਚੇਂਜ ਇਨ ਕਾਇਨੈਟਿਕ એનર્ਜੀ, ਇਹ ਹਾਫ mv2 ਸਕੁਅਰ ਫਾਈਨਲ ਮਾਈਨਸ ਇਨੀਸ਼ੀਅਲ। ਬਾਕੀ ਪ੍ਰੋਪਰ ਲਿਖ ਲਿਓ, ਮੈਂ ਮੋਟਾ ਕੰਮ ਸਮਝਾਉਣਾ ਬਸ, ਕਰਨਾ ਕਿਵੇਂ ਕੁਐਸਚਨ। ਤੇ ਇਹਦੇ ਵਿੱਚੋਂ ਆਪਾਂ ਨੇ v2 ਦੀ ਵੈਲਿਊ ਭਰਤੀ, ਹੋਰ ਦੇਖ ਲਾਂਗੇ ਆਪਾਂ। ਇਹ ਕਰ ਕੀ ਰਹੇ ਆ ਆਪਾਂ ਨੇ ਇਹ ਕੁਆਂਟੀਟੀ ਦੀ ਵੈਲਿਊ ਕੱਢਣੀ ਆ, ਜਾਂ ਕਹ ਲਓ ਕਿ x ਕੱਢਣਾ, ਚਾਹੇ rx ਦੀ ਵੈਲਿਊ ਲੱਭਣੀ ਹੈ, ਇਹ ਅੱਗੇ ਯੂਜ਼ ਕਰਾਂਗੇ ਆਪਾਂ। ਸੋ ਦੇਖਦੇ ਹਾਂ ਬਾਕੀ ਕਿਵੇਂ ਆਊਗਾ। ਇਹਦੇ ਵਿੱਚ ਜਦੋਂ ਵੈਲਿਊ ਭਰਤੀ ਮਾਈਨਸ rx ਦੀ ਵੈਲਿਊ ਆ ਗਈ, ਹਾਫ m ਕਾਮਨ ਨਿਕਲ ਗਿਆ ਉਹਨਾਂ ਵਿੱਚੋਂ। v2 ਦੀ ਵੈਲਿਊ ਭਰਤੀ, ਇਹ ਆ ਗਿਆ 19/20 ਦਾ ਸਕੁਅਰ ਮਾਈਨਸ 1। ਇਹ ਆ ਗਿਆ ਜੀ ਹਾਫ m 361/400 ਮਾਈਨਸ 1। ਇਹ ਆ ਗਿਆ ਮਾਈਨਸ 39m/800। ਐਲਸੀਐਮ ਲੈ ਲਿਆ ਆਪਾਂ ਸਾਰਾ, ਤਾਂ ਦੇਅਰਫੋਰ rx ਦੀ ਵੈਲਿਊ ਆ ਗਈ 39m/400, 800। ਹੁਣ ਦੇਖੋ ਆਪਾਂ ਲੈਟ ਕਰ ਲੈਣਾ, ਲੈਟ देयर आर n ਨੰਬਰ ਆਫ ਪਲੈਂਕਸ। ਜਿਹੜੇ ਪਲੈਂਕ ਨੇ ਉਹ ਆਪਾਂ ਉਹਨੇ ਕਾਊਂਟਿੰਗ n ਮੰਨ ਲਈ ਜਿੰਨੇ ਉਹਨੇ ਕ੍ਰਾਸ ਕੀਤੇ। that were crossed by bullet before coming to rest। इन्हें काउंटिंग आप n सपोज कर रेस्ट ते आने तो पहला, तो की होगा फॉर फिगर सेकंड। देखना चेंज इन काइनेटिक एनर्जी कितनी होगी, हुण यह गल समझ के चलानी हैगी। चेंज इन काइनेटिक एनर्जी होगी फाइनल कितनी हो जाएगी 0 बिकॉज बॉडी खड़ गई। इनिशियल कितनी हैगी हाफ mv1 स्क्वायर, सीधा प्रिंसिपल एनर्जी ला रहे हैं, इज इक्वल टू वर्क डन। ਹੁਣ ਇਹ ਸਾਰੇ ਫੱਟੇ ਜੋ ਪਹਿਲਾਂ ਫੱਟੇ ਬੰਨੇ ਸੀ ਉਹੀ ਫੱਟੇ ਨੇ, ਉਹਦੇ ਆਪਾਂ ਉਹਦੇ ਨਾਲ ਦੇ ਲਾਲ ਵਾਲੇ ਫੱਟੇ ਲਏ ਨੇ। ਉਹਦੇ ਨਾਲ ਦੇ ਮਤਲਬ ਕਿ ਸਾਰਿਆਂ ਦੀ ਮੋਟਾਈ ਇੱਕੋ ਜੀ ਹੈ ਅਤੇ ਸਾਰਿਆਂ ਦੀ ਰੈਜ਼ਿਸਟੈਂਸ r ਹੈ। ਸਾਰਿਆਂ ਦੀ ਮੋਟਾਈ x ਆ ਜੀ ਤੇ ਸਾਰਿਆਂ ਦੀ ਰੈਜ਼ਿਸਟੈਂਸ r ਹੈਗੀ ਆ। ਇਹ ਫੱਟੇ ਕਿੰਨੇ ਸਪੋਜ਼ ਕੀਤੇ ਨੇ ਆਪਾਂ, n ਸਪੋਜ਼ ਕੀਤੇ ਨੇ। ਤਾਂ ਓਵਰਆਲ ਡਿਸਟੈਂਸ ਕਿੰਨਾ ਹੋਊਗਾ, ਇੱਕ ਦੀ ਮੋਟਾਈ ਹੈਗੀ ਆ x, 2 ਦੀ 2x, 3 ਦੀ 3x, n ਦੀ ਮੋਟਾਈ ਕਿੰਨੀ ਹੋ ਜਾਊਗੀ nx। ਤਾਂ ਡਿਸਟੈਂਸ ਓਵਰਆਲ nx ਕਵਰ ਕੀਤਾ ਤੇ ਫੋਰਸ ਆਫ ਰੈਜ਼ਿਸਟੈਂਸ ਕਿੰਨੀ ਹੈ r। ਤਾਂ ਵਰਕ ਡਨ ਕੀ ਹੁੰਦਾ ਫੋਰਸ ਇਨਟੂ ਰੈਜ਼ਿਸਟੈਂਸ, ਫੋਰਸ ਇਨਟੂ ਡਿਸਟੈਂਸ, ਫੋਰਸ ਇਨਟੂ ਡਿਸਟੈਂਸ। ਦੁਬਾਰਾ ਦੇਖ ਲਓ, ਡਿਸਟੈਂਸ ਜਿਹੜਾ ਹੈਗਾ ਫੱਟੇ ਜਿਹੜੇ ਹੈਗੇ ਨੇ x ਮੋਟਾਈ ਦੇ ਓਵਰਆਲ n ਫੱਟੇ ਮੰਨਣੇ। ਤਾਂ 2 ਦੀ ਮੋਟਾਈ 2x ਹੋ ਜਾਊਗੀ, 3 ਦੀ ਮੋਟਾਈ ਚੌੜਾਈ 3x ਹੋ ਜਾਊਗੀ
ਤੇ n ਦੀ थिकनेस ਜਿਹੜੀ ਹੈਗੀ ਉਹ nx ਹੋ ਜਾਏਗੀ ਤੇ ਰੈਜ਼ਿਸਟੈਂਸ r ਹੀ ਹੈਗਾ ਫੋਰਸ ਇਨਟੂ ਡਿਸਪਲੇਸਮੈਂਟ ਵਰਕ ਨਾਲ ਉਹ ਨੈਗੇਟਿਵ ਤਾਂ ਪਾਇਆ ਡਿਸਪਲੇਸਮੈਂਟ ਇੱਧਰ ਹੋਊਗੀ ਰੈਜ਼ਿਸਟੈਂਸ ਦੂਜੇ ਪਾਸੇ ਰੁਕੇਗਾ। ਇਹ ਆਪਾਂ ਨੂੰ ਪਤਾ ਸੀ ਕਿ rx ਦੀ ਲੋਡ ਪਏਗੀ ਤਾਂ ਇੱਥੋਂ ਕੱਢਣਾ ਆਪਾਂ n ਨੰਬਰ ਆਫ ਲੈਂਥਸ ਕਿੰਨੇ ਹੋਣਗੇ। ਇਹ ਆ ਗਿਆ -12 m v1 ਸਕੁਅਰ ਇਜ਼ ਇਕੁਅਲ ਟੂ -n rx माइनस ਕੱਢ ਦੋ rx ਦੀ ਵੈਲਿਊ ਭਰ ਦੋ ਨੰਬਰਿੰਗ 1 ਚੋਂ। ਇਹ ਆ ਗਿਆ ਹਾਫ m v1 ਸਕੁਅਰ ਇਜ਼ ਇਕੁਅਲ ਟੂ n ਥੋੜੀ ਜਿਹੀ ਇਹਦੇ ਵਿੱਚੋਂ v1 ਸਕੁਅਰ ਵੀ ਕਾਮਨ ਆਏਗਾ ਜੀ ਤੇ ਉਹੀ ਜੇ ਕਰੋਗੇ ਧਿਆਨ ਨਾਲ ਤਾਂ ਗਲਤੀਆਂ ਬਾਅਦ ਚੋਂ ਨਿਕਲ ਜਾਣਗੀਆਂ। ਜੇ ਲੱਗ ਜਾਣਾ ਪਤਾ ਆਪਾਂ v2 ਦੀ ਵੈਲਿਊ ਭਰਾਂਗੇ ਨਾ ਆਪਾਂ 19/20 ਦਾ ਹੋਲ ਸਕੁਅਰ v1 ਦਾ ਸਕੁਅਰ ਵੀ ਆਏਗਾ v1 ਦਾ ਸਕੁਅਰ ਆਪਾਂ ਕਾਮਨ ਕੱਢ ਲਿਆ ਜੀ ਤਾਂ ਇਹਦੇ ਚ v1 ਸਕੁਅਰ ਵੀ ਆਊਗਾ। n rx ਦੀ ਵੈਲਿਊ ਭਰਤੀ ਆਪਾਂ 39m/800 v1 ਸਕੁਅਰ ਕੱਟ ਗਿਆ m ਕੱਟ ਗਿਆ ਜੀ ਇਹ ਆ ਗਿਆ 400 ਤਾਂ n ਦੀ ਵੈਲਿਊ ਕਿੰਨੀ ਆ ਗਈ 400/39। ਇਹਨੂੰ ਸੋਲਵ ਕਰ ਲਿਓ ਜੀ ਜੇ ਸੋਲਵ ਕਰੋਗੇ ਡਿਵਾਈਡ ਕੀਤਾ ਆਪਾਂ ਨੇ ਇਹ ਅਪਰੋਕਸੀਮੇਟਲੀ 10.2 ਆ ਗਿਆ। ਹੁਣ ਇਹਦਾ ਮਤਲਬ ਹੋ ਗਿਆ ਕਿ 10.2 ਫੱਟਿਆਂ ਤੇ ਜਾ ਕੇ ਇਹਦੀ ਵੈਲੋਸਿਟੀ 0 ਹੋ ਜਾਏਗੀ ਮਤਲਬ ਇਹ 10 ਫੱਟੇ ਨੇ 10 ਫੱਟੇ ਦਾ ਕ੍ਰਾਸ ਕਰ ਹੀ ਲਏਗਾ ਤੇ 0.2 ਅਗਲਾ ਫੱਟਾ ਪੂਰਾ ਕਵਰ ਨਹੀਂ ਕਰੇਗਾ ਥੋੜਾ ਡਿਸਟੈਂਸ ਕਵਰ ਕਰਕੇ ਫਿਰ ਵੈਲੋਸਿਟੀ 0 ਹੋ ਜਾਏਗੀ। ਤਾਂ ਪੁੱਛਿਆ ਉਹਨੇ ਇਹ ਆ ਕਿ ਓਵਰਆਲ ਕਿੰਨੇ ਫੱਟੇ ਨੇ ਕ੍ਰਾਸ ਕਰ ਲਏ ਕਿੰਨੇ ਪਲੈਂਕ ਕ੍ਰਾਸ ਕਰ ਲਏ ਤਾਂ ਓਵਰਆਲ ਪਲੈਂਕ ਜਿਹੜੇ ਹੈਗੇ 10 ਤਾਂ ਕ੍ਰਾਸ ਕਰ ਹੀ ਲਏ ਅਗਲੇ ਪਲੈਂਕ 'ਚ ਜਾ ਕੇ ਵੈਲੋਸਿਟੀ 0 ਹੋਗੀ ਪੂਰਾ ਕ੍ਰਾਸ ਨਹੀਂ ਹੋਇਆ ਤਾਂ ਓਵਰਆਲ ਕਹਾਂਗੇ ਇਸ ਕੇਸ 'ਚ 10 ਪਲੈਂਕਸ ਕ੍ਰਾਸ ਕਰ ਲਏ। Therefore bullet crossed 10 planks। तो देखोगे ਹੁਣ ਜਿਹੜੇ ਆਪਾਂ ਨੈਕਸਟ ਕੁਐਸਚਨ ਕਰਨੇ ਹੈਗੇ ਨੇ ਉਹ ਸਿਰਫ ਇਹ ਦੱਸਣ ਵਾਸਤੇ ਬੁੱਕਸ ਦਿੱਤੇ ਹੋਏ ਨੇ ਕਿ ਜਿਹੜੇ ਪੁਰਾਣੇ ਕਨਸੈਪਟ ਹੈਗੇ ਨੇ ਉਹਨਾਂ ਵਿੱਚ ਵੀ ਪ੍ਰਿੰਸੀਪਲ ਆਫ ਐਨਰਜੀ ਲਗਾ ਕੇ ਆਪਾਂ ਸੋਲਵ ਕਰ ਸਕਦੇ ਪੁਰਾਣੇ ਕਨਸੈਪਟ ਪੜ੍ਹੇ ਨੇ ਆਪਾਂ ਨੇ ਜਿਵੇਂ ਪ੍ਰੋਜੈਕਟਾਈਲ 'ਚ ਫਾਰਮੂਲੇ ਪੜ੍ਹੇ ਨੇ ਕੁਛ ਉਹ ਵੀ ਇਸ ਕਨਸੈਪਟ ਨਾਲ ਪ੍ਰੂਵ ਹੋ ਸਕਦੇ ਹੈਗੇ ਨੇ। ਇਲਾਸਟਿਕ ਸਟ੍ਰਿੰਗ 'ਚ ਕੀਤੇ ਸੀ ਆਪਾਂ ਨੇ ਉਹ ਵੀ ਇਸ ਤਰੀਕੇ ਨਾਲ ਪ੍ਰੂਵ ਹੋ ਸਕਦੇ ਹੈਗੇ ਨੇ ਜਾਂ ਜਿਵੇਂ ਪੁਲੀ ਦੇ ਕੁਐਸਚਨ ਕੀਤੇ ਸੀ ਉਹ ਵੀ ਇਸ ਤਰੀਕੇ ਨਾਲ ਪ੍ਰੂਵ ਹੋ ਸਕਦੇ ਹੈਗੇ ਨੇ। ਉਹਨਾਂ ਵਾਸਤੇ ਕੁਛ ਉਹ ਸਮਝਾਉਣ ਵਾਸਤੇ ਕੁਛ ਐਗਜ਼ਾਮਪਲਸ ਕੁਐਸਚਨਸ ਕਰਨੇ ਨੇ ਆਪਾਂ ਨੇ ਉਹ ਦੇਖੋ। ਜਿਹੜਾ ਪਹਿਲਾ ਕੁਐਸਚਨ ਕਰਨਾ ਹੈਗਾ ਆਪਾਂ ਨੇ ਮੈਂ ਸਟੇਟਮੈਂਟ ਪੜ੍ਹ ਰਿਹਾ ਹਾਂ ਇਹ ਪ੍ਰੋਜੈਕਟਾਈਲ ਦਾ ਕੁਐਸਚਨ ਅਪਲਾਈ ਦਾ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਐਨਰਜੀ ਟੂ ਫਾਈਂਡ apply the principle of energy to find the magnitude of velocity of the projectile at a height h above the point of projection, the velocity of projection being u। ਦਿੱਤਾ ਕੀ ਹੋਇਆ ਹੈਗਾ ਇਹ ਸਿਰਫ ਤਾਂ ਕਰਵਾ ਰਹੇ ਦੱਸਣ ਵਾਸਤੇ ਕਿ ਪਿਛਲੇ ਫਾਰਮੂਲੇ 'ਚ ਵੀ ਯੂਜ਼ ਕਰ ਸਕਦੇ ਹਾਂ ਆਪਾਂ। ਇਨੀਸ਼ੀਅਲ ਵੈਲੋਸਿਟੀ u ਦੇ ਨਾਲ ਆਪਾਂ ਨੇ ਇੱਕ ਪ੍ਰੋਜੈਕਟ ਕੀਤਾ ਬਾਡੀ ਨੂੰ ਆਹ ਉਹਦਾ ਮੋਸ਼ਨ ਬਣ ਗਿਆ। ਇਹ ਹਾਈਟ h ਤੇ ਪਹੁੰਚਿਆ ਜਦੋਂ ਉਸ ਵੇਲੇ ਇਹਦੀ ਵੈਲੋਸਿਟੀ ਮੰਨ ਲਓ v ਹੈਗੀ ਆ ਇਹ ਵੈਲੋਸਿਟੀ ਦੱਸਣੀ ਹੈ ਕਿੰਨੀ ਆਊਗੀ u ਦਿੱਤੀ ਹੋਈ ਹੈ ਇਨੀਸ਼ੀਅਲ ਵੈਲੋਸਿਟੀ ਹਾਈਟ h ਦਿੱਤੀ ਹੋਈ ਹੈ। ਤਾਂ ਪ੍ਰਿੰਸੀਪਲ ਆਫ ਐਨਰਜੀ ਕੀ ਹੁੰਦਾ ਹੈਗਾ ਚੇਂਜ ਇਨ ਕਾਈਨੈਟਿਕ ਐਨਰਜੀ ਤਾਂ ਚੇਂਜ ਇਨ ਕਾਈਨੈਟਿਕ ਐਨਰਜੀ ਕਿੰਨੀ ਹੋਏਗੀ ਜੀ ਫਾਈਨਲ ਵੈਲੋਸਿਟੀ ਪਤਾ ਆਪਾਂ ਨੂੰ ਮਾਸ m ਸਪੋਜ਼ ਕਰ ਲਿਆ ਮਾਈਨਸ ਇਨੀਸ਼ੀਅਲ ਇਹ ਚੇਂਜ ਇਨ ਕਾਈਨੈਟਿਕ ਐਨਰਜੀ। ਫਿਰ ਵਰਕ ਡਨ ਵਿੱਚ ਵਰਕ ਡਨ ਅਗੇਂਸਟ ਗ੍ਰੈਵਿਟੀ ਆਊਗਾ ਅਗੇਂਸਟ ਗ੍ਰੈਵਿਟੀ ਕਿਉਂ ਬਾਡੀ ਉੱਪਰ ਜਾ ਰਹੀ ਹੈ ਵਰਕ ਡਨ ਅਗੇਂਸਟ ਗ੍ਰੈਵਿਟੀ ਮਤਲਬ जब वर्क डन बाय ग्रेविटी कर लो वर्क डन बाय ग्रेविटी मतलब कि ग्रेविटी नीचे खिंच रही है बॉडी ऊपर जा रही है डिस्प्लेसमेंट ऊपर हो रही है डायरेक्शन ऑपोजिट होगी नेगेटिव आऊगा आंसर इसका
ਤਾਂ ਕੀ ਹੋ ਗਿਆ ਆਪਣੇ ਕੋਲ ਹਾਈਟ h ਹੋ ਗਈ, ਤਾਂ ਵਰਕ ਡਨ ਕੀ ਹੁੰਦਾ m g h ਨੈਗੇਟਿਵ ਆ ਰਿਹਾ। ਗ੍ਰੈਵਿਟੀ ਨੀਚੇ ਖਿੱਚ ਰਹੀ ਹੈਗੀ ਆ, ਬੋਡੀ ਡਿਸਪਲੇਸਮੈਂਟ ਉੱਪਰ ਨੂੰ ਲੈ ਰਹੇ ਆਪਾਂ, ਇਹਨੂੰ ਵਰਕ ਡਨ ਬਾਈ ਗ੍ਰੈਵਿਟੀ ਨੈਗੇਟਿਵ ਪਾ ਲਓ। ਜੇ ਵਰਕ ਡਨ ਅਗੇਂਸਟ ਗ੍ਰੈਵਿਟੀ ਕਹਾਂਗੇ ਤਾਂ ਪੋਜ਼ਿਟਿਵ ਆਊਗਾ, ਇਹ ਪਹਿਲਾਂ ਪੜਿਆ ਹੋਇਆ ਜੀ। ਇਹ ਦੋਨੇ ਇਕੁਅਲ ਹੋਣਗੇ ਬਾਈ ਪ੍ਰਿੰਸੀਪਲ ਆਫ એનર્ਜੀ, ਤਾਂ ਹਾਫ m ਕਾਮਨ ਕੱਢ ਲਿਆ, v ਸਕੁਅਰ ਮਾਈਨਸ u ਸਕੁਅਰ is equals to माइनस m g h, ਇਹ ਕੱਟ ਗਿਆ ਜੀ, ਤਾਂ v ਸਕੁਅਰ ਮਾਈਨਸ u ਸਕੁਅਰ is equals to ਮਾਈਨਸ 2gh, ਤਾਂ v ਦੀ ਵੈਲਿਊ ਆ ਗਈ u ਸਕੁਅਰ ਮਾਈਨਸ 2gh ਦਾ ਰੂਟ। ਇਹ ਵੈਲੋਸਿਟੀ ਦਾ ਐਕਸਪ੍ਰੈਸ਼ਨ ਆ ਗਿਆ। ਹੁਣ ਪੁਲੀ ਦਾ ਕੁਐਸਚਨ ਦੱਸਣਾ ਜੀ। ਪੁਲੀ ਵਾਲਾ ਕੁਐਸਚਨ ਵੀ ਆਪਾਂ ਇਹ ਯੂਜ਼ ਕਰ ਸਕਦੇ ਹਾਂ। ਇਹ ਹੈਗਾ ਜੀ, ਅਪਲਾਈ ਦ ਪ੍ਰਿੰਸੀਪਲ ਆਫ ਐਨਰਜੀ in finding acceleration of two particles of masses m1 and m2, m1 greater than m2, connected by a light inextendable string passes over a smooth pulley। smooth pulley मतलब friction नहीं हैगी pulley च, from the fixed on the edge of the smooth table, the masses m1 is hanging vertically, m2 moves on the table। ਹੁਣ ਇਹ ਪੁਲੀਆ ਕੁਐਸਚਨ ਕੀਤੇ ਹੋਏ ਨੇ ਪਹਿਲਾਂ। ਹੁਣ ਇਹ ਦੱਸਣ ਵਾਸਤੇ ਹੈ ਕਿ ਇਹਨਾਂ ਕੁਐਸਚਨ ਜੇ ਕਨਸੈਪਟ ਯੂਜ਼ ਕਰ ਸਕਦੇ ਹਾਂ ਆਪਾਂ, ਅਦਰਵਾਈਜ਼ ਕੁਐਸਚਨ ਜਿਹੜੇ ਹੈਗੇ ਨੇ ਆਪਾਂ ਉਦਾਂ ਹੀ ਕਰਾਂਗੇ ਜੇ ਪਿੱਛੇ ਕੀਤੇ ਨੇ। ਆਹ ਪੁਲੀ ਹੋ ਗਈ ਜੀ, ਇੱਥੇ ਕੋਈ ਮਾਸ ਹੈਗਾ, ਇਹਦਾ ਮਾਸ ਹੈਗਾ m2, ਟੇਬਲ ਤੇ ਪਿਆ ਹੈਗਾ, ਲਾਈਟ ਇਨਐਕਸਟੈਂਡੇਬਲ ਮਤਲਬ ਐਕਸਟੈਂਸ਼ਨ ਨਹੀਂ ਹੋਣੀ ਹੈਗੀ, ਇਲਾਸਟਿਕ ਸਟਰਿੰਗ ਹੈ ਜੀ, ਪਹਿਲਾਂ ਪੜ੍ਹਿਆ ਹੋਇਆ ਸਾਰਾ। ਇੱਥੇ ਮਾਸ ਜਿਹੜਾ ਹੈਗਾ ਉਹ m1 ਆ, वेट m2g हो गया, m1g हो गया, वेट m2g हो गया। ਹੁਣ ਕੀ ਕੀਤਾ, ਇਹਦੀ ਐਸਲੇਸ਼ਨ ਪਤਾ ਕਰਨ ਵਾਸਤੇ ਕਿਹਾ ਕਿ ਐਸਲੇਸ਼ਨ ਕਿੰਨੀ ਹੋਊਗੀ। ਅਸੀਂ ਪਹਿਲਾਂ ਕੀਤਾ ਟੈਂਸ਼ਨ, ਜਿਵੇਂ ਪਹਿਲਾਂ ਕੀਤਾ ਸੀ ਆਪਾਂ ਨੇ ਟੈਂਸ਼ਨ ਸਪੋਜ਼ ਕੀਤੀ ਸੀ, ਫਿਰ ਇਕੁਏਸ਼ਨਸ ਬਣਾਈਆਂ ਸੀ, ਦੋ ਉੱਥੋਂ ਸੋਲਵ ਕੀਤਾ ਸੀ। ਪ੍ਰੋ ਯੂਜ਼ ਨਹੀਂ ਕਰਨਾ, ਇਹ ਸਪੈਸ਼ਲ ਮੈਂਸ਼ਨ ਕੀਤਾ ਉਹਨਾਂ ਨੇ ਪ੍ਰਿੰਸੀਪਲ ਆਫ ਐਨਰਜੀ ਯੂਜ਼ ਕਰਨਾ। ਪ੍ਰਿੰਸੀਪਲ ਆਫ ਐਨਰਜੀ ਕੀ ਹੋ ਗਿਆ, ਪਹਿਲਾਂ ਚੇਂਜ ਇਨ ਕਰੰਟ ਐਨਰਜੀ, ਤੇ ਉਸ ਤੋਂ ਬਾਅਦ ਵਰਕ ਡਨ ਕੱਢਾਂਗੇ। ਹੁਣ ਕਾਇਨੈਟਿਕ ਐਨਰਜੀ ਕਿਵੇਂ ਹੋਊਗੀ ਦੇਖੋ, ਜਦੋਂ ਪਹਿਲਾਂ ਮੋਸ਼ਨ ਸਟਾਰਟ ਕੀਤਾ ਆਪਾਂ ਨੇ ਉਦੋਂ ਬੋਡੀ ਤੋਂ ਰੈਸਟ ਤੇ ਸੀ। ਥੋੜਾ ਧਿਆਨ ਰੱਖਣਾ, ਟੋਟਲ ਕਾਇਨੈਟਿਕ ਐਨਰਜੀ ਦੇਖਣੀ ਕਿੰਨੀ ਆਊਗੀ। ਦੋ ਮਾਸਿਸ ਨੇ, ਇਹ ਵੀ ਮੂਵ ਕਰੇਗਾ, ਇਹ ਵੀ ਮੂਵ ਕਰੇਗਾ, ਇਹਦੇ ਵਿੱਚ ਵੀ ਕਾਇਨੈਟਿਕ ਐਨਰਜੀ ਆਏਗੀ, ਇਹਦੇ ਵਿੱਚ ਵੀ ਕਾਇਨੈਟਿਕ ਐਨਰਜੀ ਆਏਗੀ, ਤਾਂ ਓਵਰਆਲ ਦੇਖਣੀ ਆਪਾਂ ਕਾਇਨੈਟਿਕ ਐਨਰਜੀ ਕਿੰਨੀ ਹੋਊਗੀ, ਸਾਰੀ ਓਵਰਆਲ ਦੇਖਣੀ। ਸੋ ਦੇਖੋ ਫਿਰ ਮੰਨ ਲਓ ਇਹ ਬੋਡੀ ਜਿਹੜੀ ਹੈਗੀ ਆ ਮੂਵ ਕਰਕੇ ਇੱਥੇ ਪਹੁੰਚ ਗਈ, ਮੈਂ ਡਾਟਡ ਬਣਾ ਰਿਹਾ, ਡਿਸਟੈਂਸ ਇਹਨੇ x ਕਵਰ ਕਰ ਲਿਆ। ਇਹ ਵੀ ਫਿਰ ਜਿੰਨਾ ਇਹ ਅੱਗੇ ਜਾਏਗੀ ਓਨਾ ਹੀ ਨੀਚੇ ਜਾਏਗੀ, ਦੋਨੇ ਬੰਨੀਆਂ ਹੋਈਆਂ ਨੇ। ਇਹ ਵੀ ਮੂਵ ਕਰਕੇ ਮੰਨ ਲਓ ਇੱਥੇ ਆ, ਇਹ ਵੀ ਡਿਸਟੈਂਸ ਇਹਨੇ x ਕਵਰ ਕਰ ਲਿਆ। ਤੇ ਇਸ ਤੋਂ ਬਾਅਦ ਹੁਣ ਇਹ ਡਿਸਟੈਂਸ x ਕਵਰ ਕਰ ਲਿਆ। ਪਹਿਲਾਂ ਸਟਾਰਟਿੰਗ ਦੀ ਬੋਡੀ ਖੜੀਆਂ ਸੀਗੀਆਂ, ਇਨੀਸ਼ੀਅਲ ਵੈਲੋਸਿਟੀ 0 ਹੋਗੀ, ਜਦੋਂ ਬੋਡੀ ਮੂਵ ਕਰਨੀ ਸ਼ੁਰੂ ਹੋਏਗੀ ਉਹਦੇ ਕੁਛ ਨਾ ਕੁਛ ਵੈਲੋਸਿਟੀ ਹੋਊਗੀ, ਤੇ ਇਹਦੀ ਵੈਲੋਸਿਟੀ ਆਪਾਂ v ਮੰਨ ਲੈਣੇ ਆ, ਤਾਂ ਇਹਦੀ ਵੈਲੋਸਿਟੀ ਵੀ v ਹੋਊਗੀ। ਦੋਨਾਂ ਦੀ ਵੈਲੋਸਿਟੀ ਸੇਮ ਹੋਊਗੀ, ਦੋਨੇ ਬੰਨੀਆਂ ਹੋਈਆਂ ਨੇ, ਇੱਦਾਂ ਨਹੀਂ ਹੈਗੀ ਇੱਕ ਤੇਜ਼ ਮੂਵ ਕਰੇ ਇੱਕ ਹੌਲੀ ਮੂਵ ਕਰੇ, ਬਿਕੋਜ਼ ਉਹ ਸਟਰਿੰਗ ਨਾਲ ਬੰਨੀਆਂ ਹੋਈਆਂ ਨੇ। ਜੋ ਇਹਦੀ ਵੈਲੋਸਿਟੀ ਹੋਊਗੀ x ਡਿਸਟੈਂਸ ਕਵਰ ਕਰਨ ਤੋਂ ਬਾਅਦ ਉਹੀ ਵੈਲੋਸਿਟੀ ਇਹਦੀ ਹੋਊਗੀ। ਤਾਂ ਟੋਟਲ ਕੱਢ ਰਹੇ ਹੈਗੇ ਆਪਾਂ ਇਨੀਸ਼ੀਅਲ ਕਾਈਨੈਟਿਕ ਐਨਰਜੀ, ਇਹ ਕਿੰਨੀ ਹੋਊਗੀ, ਹਾਫ m1 v ਸਕੁਅਰ ਹਾਫ m2 v ਸਕੁਅਰ। ਇਹ ਦੋਨੇ ਆਉਣਗੇ ਮਾਸਿਸ, ਇਹ ਦੋਨੇ ਮਾਸਿਸ ਆਉਣਗੇ ਇਹਦੇ ਵਿੱਚ। ਕਿਉਂਕਿ ਦੋਨਾਂ ਵਿੱਚ ਐਨਰਜੀ ਆਊਗੀ, ਕਾਈਨੈਟਿਕ ਐਨਰਜੀ। ਮੂਵ ਇਹ ਵੀ ਕਰੇਗਾ, ਮੂਵ ਇਹ ਵੀ ਕਰੇਗਾ, ਜਿਹੜੀ ਚੀਜ਼ ਮੂਵ ਕਰਦੀ ਹੈਗੀ ਉਹ 'ਚ ਕਾਈਨੈਟਿਕ ਐਨਰਜੀ ਆਉਂਦੀ ਹੁੰਦੀ। ਦੋਨੇ ਵੈਲੋਸਿਟੀ 0 ਸੀ ਸਟਾਰਟਿੰਗ ਵਿੱਚ, ਤਾਂ ਇਨੀਸ਼ੀਅਲ ਕਾਈਨੈਟਿਕ ਐਨਰਜੀ 0 ਹੋ ਗਈ। ਟੋਟਲ ਫਾਈਨਲ ਕਾਈਨੈਟਿਕ ਐਨਰਜੀ ਇਹ ਹੋ ਗਿਆ ਪਹਿਲੇ ਦੀ ਹਾਫ m1 v ਸਕੁਅਰ, ਦੂਜੇ ਦੀ ਆ ਗਈ ਹਾਫ m2 v ਸਕੁਅਰ। ਪਹਿਲੇ ਦੀ ਆ ਗਈ, ਦੂਜੇ ਦੀ ਆ ਗਈ, ਤਾਂ ਇਹ ਆ ਗਈ। ਦੇयरफॉर ਚੇਂਜ ਇਨ ਕਾਈਨੈਟਿਕ ਐਨਰਜੀ ਫਾਈਨਲ
ये चो v स्क्वायर कॉमन काट लो m1 + m2 माइनस इनिशियल, ये काइनेटिक एनर्जी आ गई चेंज। ਹੁਣ ਕਾਈਨੈਟਿਕ एनर्जी ਕਿਹੜੀ ਫੋਰਸ ਕਰਕੇ ਪੈਦਾ ਹੋ ਰਹੀ ਹੈ ਦੇਖਣੀ ਹੈ ਆਪਾਂ। ਇਹ ਮੋਸ਼ਨ ਰੱਖਤਾ ਆਪਾਂ ਨੇ, ਕਿਹਦੇ ਕਰਕੇ ਬੋਡੀ ਮੂਵ ਕਰੇਗੀ? ਗ੍ਰੈਵਿਟੀ ਕਰਕੇ। ਗ੍ਰੈਵਿਟੀ ਨੂੰ ਖਿੱਚੇ, ਕੋਈ ਐਕਸਟਰਨਲ ਫੋਰਸ ਲਾਈ ਹੈਗੀ ਆਪਾਂ, ਗ੍ਰੈਵਿਟੀ ਖਿੱਚੇਗੀ ਤਾਂ ਮੂਵ ਕਰੇਗੀ। ਜਿਹੜੀ ਫੋਰਸ ਲੱਗ ਰਹੀਆਂ ਨੇ ਵੇਟਾਂ ਉੱਪਰ ਉਹਦਾ ਵਰਕ ਲੱਭਣਾ ਆਪਾਂ ਨੇ, ਮਤਲਬ ਵਰਕ ਡਨ ਬਾਏ ਗ੍ਰੈਵਿਟੀ ਲੱਭਾਂਗੇ ਆਪਾਂ, ਵਰਕ ਡਨ ਬਾਏ ਗ੍ਰੈਵਿਟੀ। ਇਹ ਕਿੰਨਾ ਹੋਊਗਾ? ਗ੍ਰੈਵਿਟੀ ਪਹਿਲਾਂ ਕੀਤਾ ਹੋਇਆ, ਗ੍ਰੈਵਿਟੀ ਨੀਚੇ ਖਿੱਚ ਰਹੀ ਹੈ, ਕਿ ਇਹ ਮਾਸ ਨੀਚੇ ਖਿੱਚੇ ਜਾਊਗਾ? ਪਹਿਲਾਂ ਕੀਤਾ ਹੋਇਆ ਆਪਾਂ ਨੇ, ਗ੍ਰੈਵਿਟੀ ਨੀਚੇ ਖਿੱਚ ਰਹੀ ਹੈਗੀ ਆ ਤੇ ਬਾਡੀ ਅੱਗੇ ਨੂੰ ਜਾ ਰਹੀ ਹੈਗੀ ਹੈ, ਤਾਂ ਗ੍ਰੈਵਿਟੀ ਦਾ ਇਸ ਬਾਡੀ ਤੇ ਇਫੈਕਟ ਕੋਈ ਨਹੀਂ ਹੋਊਗਾ। ਇੱਕ ਬਾਡੀ ਇੱਦਾਂ ਜਾ ਰਹੀ ਆ ਤੇ ਖਿੱਚਾ ਆਪਾਂ ਇੱਦਾਂ ਰਹੇ ਹਾਂ, ਬਾਡੀ ਇੱਦਾਂ ਜਾ ਰਹੀ ਆ, ਤਾਂ ਇਹਦਾ ਉੱਪਰ ਕੋਈ ਇਫੈਕਟ ਨਹੀਂ ਹੋਊਗਾ। ਚੈੱਕ ਵੀ ਕਰ ਸਕਦੇ ਹਾਂ ਆਪਾਂ, ਐਂਗਲ 90 ਆ, ਇਹਦਾ ਕਿੰਨਾ ਇਫੈਕਟ ਹੋਊਗਾ ਇੱਧਰਲੇ ਪਾਸੇ, ਜਿਵੇਂ ਫੋਰਸ F ਲਾ ਲਈ ਤਾਂ F cos 90 ਵਾਲਾ ਹਿੱਸਾ ਇੱਧਰ ਨੂੰ ਕੰਟਰੀਬਿਊਟ ਕਰੇਗਾ। cos 90 0 ਹੁੰਦਾ, ਮਤਲਬ ਇਹਦਾ ਇੱਧਰਲੇ ਪਾਸੇ ਕੋਈ ਹਿੱਸਾ ਕੰਟਰੀਬਿਊਟ ਨਹੀਂ ਕਰੇਗਾ। ਜਿਵੇਂ ਪਹਿਲਾਂ ਕੀਤਾ ਹੋਇਆ ਆਪਾਂ ਨੇ, ਆਹ ਫੋਰਸ ਲਾ ਰਹੇ ਹਾਂ ਆਪਾਂ ਟੇਢੀ ਐਂਗਲ ਥੀਟਾ, ਤਾਂ ਇਹ ਫੋਰਸ ਦਾ F cos ਥੀਟਾ ਇੱਧਰਲੇ ਪਾਸੇ ਕੰਟਰੀਬਿਊਟ ਕਰੇਗਾ ਹੌਰੀਜ਼ੌਂਟਲੀ, ਜਿਹੜਾ F sin ਥੀਟਾ ਹੈਗਾ ਉਹ ਵਰਟੀਕਲੀ ਕੰਟਰੀਬਿਊਟ ਕਰੇਗਾ। ਪਰ ਐਂਗਲ ਥੀਟਾ ਜੇ ਦੋ ਪਰਪੈਂਡੀਕੂਲਰ ਨੇ ਤਾਂ ਇਹਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈ, ਤਾਂ ਗ੍ਰੈਵਿਟੀ ਦਾ ਇਸ ਮਾਸ ਉੱਪਰ ਕੋਈ ਲਿੰਕ ਨਹੀਂ ਆਊਗਾ, ਤਾਂ ਗ੍ਰੈਵਿਟੀ ਦਾ ਇਹ ਮਾਸ ਉੱਪਰ ਲਿੰਕ ਆਊਗਾ। ਤਾਂ ਵਰਕ ਡਨ ਕੀ ਹੋਊਗਾ? ਮਾਸ mgh, mgh। ਡਿਸਟੈਂਸ ਕਿੰਨਾ ਕਵਰ ਕਰਵਾਇਆ ਆਪਾਂ? x ਕਰਵਾਇਆ। ਆਪਾਂ ਦੇਖਣਾ ਕਿ ਉਰੋਂ ਤੋਂ ਲੈ ਕੇ ਉਰੇ ਤੱਕ ਕਿੰਨਾ ਵਰਕ ਹੋਇਆ। ਮਾਸ ਪਤਾ, g ਤਾਂ ਗ੍ਰੈਵਿਟੀ ਹੁੰਦੀ, ਡਿਸਟੈਂਸ ਪਤਾ ਆਪਾਂ ਨੂੰ, ਇਹ ਵਰਕ ਡਨ ਹੋ ਗਿਆ। ਤਾਂ ਕਾਈਨੈਟਿਕ ਓਵਰਆਲ ਪ੍ਰਿੰਸੀਪਲ ਆਫ ਐਨਰਜੀ ਕੀ ਹੋ ਗਿਆ? ਚੇਂਜ ਇਨ ਕਾਈਨੈਟਿਕ ਐਨਰਜੀ is equals to work done। ਇਹ ਆ। ਹੁਣ ਕਰਨਾ ਕੀ ਹੈ? ਲੱਭਣੀ ਤਾਂ ਆਪਾਂ ਐਸੋਲੇਸ਼ਨ। ਹੁਣ ਐਸੋਲੇਸ਼ਨ ਦੇ ਵਿੱਚ ਆਉਣੀ ਨਹੀਂ ਹੈਗੀ ਕਿਉਂਕਿ ਕਾਈਨੈਟਿਕ ਐਨਰਜੀ 'ਚ ਵੈਲੋਸਿਟੀ ਹੁੰਦੀ ਆ, ਵਰਕ ਡਨ ਡਿਸਟੈਂਸ ਆ ਜਾਊਗਾ ਵੱਧ ਤੋਂ ਵੱਧ। ਹਾਂ, ਇਹ ਕਰਨਾ ਕੀ ਆ ਇਹਦੇ ਵਿੱਚ? ਜੇ ਐਸੋਲੇਸ਼ਨ ਕੱਢਣ ਵਾਸਤੇ ਗਿਆ ਤਾਂ ਦੋਨੇ ਪਾਸੇ ਡਿਫਰੈਂਸ਼ੀਏਟ ਕਰ ਦਿਓ, ਕਿਉਂਕਿ ਵੈਲੋਸਿਟੀ ਡੈਰੀਵੇਟਿਵ ਕਰਾਂਗੇ। ਐਸੋਲੇਸ਼ਨ ਵਾਲੇ ਡਿਫਰੈਂਸ਼ੀਏਟ ਬੋਥ ਸਾਈਡ ਵਿਦ ਰਿਸਪੈਕਟ ਟੂ x ਕੀਤਾ, ਤਾਂ ਇਹ ਆ ਗਿਆ ਹਾਫ m1 + m2 ਕਾਂਸਟੈਂਟ ਬਾਹਰ ਆ ਗਿਆ। ਇਹਦਾ ਡੈਰੀਵੇਟਿਵ ਕੀਤਾ 2v dv/dx = m1g। ਇਹ ਆ ਗਿਆ ਡੈਰੀਵੇਟਿਵ ਵਿਦ ਰਿਸਪੈਕਟ ਟੂ x ਕੀਤਾ 1 ਹੋ ਗਿਆ। ਹੁਣ ਇਹ ਪਤਾ ਹੋਊਗਾ, ਜਿਹੜਾ ਪਹਿਲਾਂ ਪੜ੍ਹਿਆ ਹੋਊਗਾ, ਇਹ ਐਸੋਲੇਸ਼ਨ ਦਾ ਐਕਸਪ੍ਰੈਸ਼ਨ v dv/dx, ਇਹਨੂੰ ਆਪਾਂ ਐਸੋਲੇਸ਼ਨ ਕਹਿੰਦੇ ਹਾਂ। ਇਹ ਕੱਟ ਗਿਆ ਜੀ, ਤਾਂ ਦੇਅਰਫੋਰ ਇਹ ਬਣ ਗਈ ਐਸੋਲੇਸ਼ਨ, ਤੇ ਇਹ ਟਰਮ ਚੱਕ ਕੇ ਨੀਚੇ ਲੈ ਗਏ। ਇਹ ਆ ਗਿਆ m1g/m1 + m2। ਤਾਂ ਇਹ ਫਾਰਮੂਲਾ ਪ੍ਰਿੰਸੀਪਲ ਆਫ ਐਨਰਜੀ ਨਾਲ ਵੀ ਕੱਢ ਸਕਦੇ ਹਾਂ। ਹੁਣ ਸਿੰਪਲ ਹਾਰਮੋਨਿਕ ਮੋਸ਼ਨ ਦੇ ਫਾਰਮੂਲੇ ਵੀ ਆਪਾਂ ਇਹਦੇ ਨਾਲ ਕੱਢ ਸਕਦੇ ਹਾਂ। ਇਹ ਨੂਮੈਰੀਕਲ ਤਾਂ ਹੀ ਆ ਰਹੇ ਨੇ ਕਿ ਉਹ 'ਚ ਵੀ ਕੰਸੈਪਟ ਯੂਜ਼ ਕਰ ਸਕਦੇ ਹਾਂ। ਸੋ ਨੈਕਸਟ ਨੂਮੈਰੀਕਲ ਦੇਖੋ, ਇਹ ਸਿੰਪਲ ਹਾਰਮੋਨਿਕ ਮੋਸ਼ਨ ਦਾ। ਯੂਜ਼ਿੰਗ ਦਾ ਪ੍ਰਿੰਸੀਪਲ ਆਫ ਵਰਕ ਐਂਡ ਐਨਰਜੀ find the velocity of particle moving in simple harmonic motion at any point of its line of motion। ਕਿਵੇਂ ਕਿਹਾ? ਇਹ ਪਹਿਲਾਂ ਪੜ੍ਹਿਆ ਹੋਇਆ ਕਿ ਸਿੰਪਲ ਹਾਰਮੋਨਿਕ ਮੋਸ਼ਨ ਕੀ ਹੁੰਦਾ। ਬਾਡੀ ਇੱਦਾਂ ਜਾ ਰਹੀ ਆ, ਫਿਰ ਵਾਪਸ ਆ ਰਹੀ ਆ, ਫਿਰ ਇੱਦਾਂ ਜਾ ਰਹੀ ਆ, ਫਿਰ ਵਾਪਸ ਆ ਰਹੀ ਆ। ਮੇਨ ਪੋਜੀਸ਼ਨ ਹੋ ਗਈ, ਇੱਦਾਂ ਬਾਡੀ ਮੂਵ ਕਰੀ ਜਾਂਦੀ ਹੁੰਦੀ ਹੈ। ਇਹਦੇ 'ਚ ਪੜ੍ਹਿਆ ਹੋਇਆ ਆਪਾਂ ਨੇ, ਜਿਹੜੀ ਐਸੋਲੇਸ਼ਨ ਹੁੰਦੀ ਹੈਗੀ ਆ -μx ਹੁੰਦੀ ਹੈ, ਤੇ ਇਹਦਾ ਧਿਆਨ 'ਚ ਹੋਵੇ। ਇਹਦਾ ਵੈਲੋਸਿਟੀ ਐਕਸਪ੍ਰੈਸ਼ਨ ਦਾ ਫਾਰਮੂਲਾ ਵੀ ਸੀਗਾ। ਵੈਲੋਸਿਟੀ ਜਿਹੜੀ ਹੁੰਦੀ ਹੈਗੀ ਆ ਉਹ ਹੁੰਦੀ ਆ μ a² - x², v² = μ a² - x²। ਇਹ ਵੈਲੋਸਿਟੀ ਦਾ ਐਕਸਪ੍ਰੈਸ਼ਨ ਹੁੰਦਾ। ਜਿਹੜਾ a ਹੁੰਦਾ ਹੈਗਾ ਉਹ ਹੁੰਦਾ ਇਹਦਾ ਐਂਪਲੀਟਿਊਡ, ਤੇ ਇਹੀ ਐਕਸਪ੍ਰੈਸ਼ਨ ਵੈਲੋਸਿਟੀ ਦਾ ਆਪਾਂ ਫਾਈਂਡ ਕਰਨਾ ਹੈਗਾ ਬਾਈ ਪ੍ਰਿੰਸੀਪਲ ਆਫ ਵਰਕ ਐਂਡ ਐਨਰਜੀ। ਪ੍ਰਿੰਸੀਪਲ ਆਫ ਐਨਰਜੀ ਵਾਲੇ ਕੰਮ ਨਾਲ ਇਹ ਕਰਨਾ ਆਪਾਂ। ਚਲੋ ਕਰਦੇ ਹਾਂ ਆਪਾਂ। ਤੇ ਕੀ ਸਪੋਜ਼ ਕਰ ਰਹੇ ਹਾਂ ਆਪਾਂ ਮੰਨ ਰਹੇ ਹਾਂ ਕਿ ਬਾਡੀ ਪਹਿਲਾਂ ਉਰੇ ਸੀਗੀ, ਇਹ O ਲਾ ਲਓ, ਇਹ A ਆ, ਇਹ B। ਬਾਡੀ ਪਹਿਲਾਂ ਇੱਥੇ ਸੀਗੀ ਜੀ, ਇੱਥੋਂ ਬਾਡੀ ਇੱਥੇ ਪਹੁੰਚ ਗਈ। ਮੋਸ਼ਨ ਡਿਸਕਸ ਕਰ ਰਹੇ ਹਾਂ ਆਪਾਂ।
क्योंकि दो थां लैके आनी पऊगी बॉडी, फिर आप लभांगे इत्थों कि वर्क कितना होया तो काइनेटिक एनर्जी कितनी चेंज हुई है, दोनों इक्वल करके अपना आंसर आ जाएगा। तो ए तो ए डैश तक लै गए आप, आ डिस्टेंस आप एक्स सपोज कर लें। मैं स्टार्टिंग डिस्टेंस कितना सीगा ए, जो इत्थे पहुंचे और डिस्टेंस कितना हो गया एक्स, क्योंकि डिस्टेंस आप मेन पोजिशन तो मापने होंगे, डिस्टेंस आपने हमेशा मीन तो मैजर करना। तो देखो पहला आप लभदे हैं उरे ते उरे ए ते ए, पहला आप लभदे हैं कि काइनेटिक एनर्जी एट ए कितनी होगी। ये पता होगा कि उरे वेलोसिटी 0 होंगी है, हौली हौली वेलोसिटी बढ़ती है, उरे आके मैक्सिमम होती है वेलोसिटी, अगे वेलोसिटी घटी जाऊगी, फिर 0 हो जाएगी, फिर वधी जाऊगी, उरे मैक्सिमम हो जाएगी, फिर घटी जाऊगी, इदा बॉडी मूव करती होंगी है। उरे वेलोसिटी कितनी होगी 0, तो मास आप एम सपोज कर लेने, दिता नहीं होया अपन तो यह 0 आ गई, मास आप एम सपोज कर लें। काइनेटिक एनर्जी एट ए वी ए डैश ला लो, ये आप वी सपोज कर लेना। वी मतलब उरे वेलोसिटी जी है वी होगी, तो वी ही आप लभना कि वेलोसिटी पता करनी है कि एनी डिस्टेंस से वेलोसिटी कितनी होगी। हुण काइनेटिक एनर्जी चेंज इन आ जाऊगा, चेंज इन काइनेटिक एनर्जी, ये आ जाएगा फाइनल माइनस इनिशियल, ये आ गया हाफ एम वी स्क्वायर, ये नंबरिंग वन। हुण लभना आपां वर्क डन, हुण वर्क की मेन हैगी कि काइनेटिक एनर्जी सौखी होंदी है, हुण वर्क जे पता होगा तो निकलूगा, जो पहला पढ़िया होगा। हुण इदां नहीं है कि फोर्स इंटू डिस्टेंस लगूगा, क्यों, क्योंकि उरे जी फोर्स हैगी आ वो वेरीएबल, फोर्स की हुंदी हैगी आ, ये हुंदी आ मास इंटू एसलेशन, एसलेशन कितनी हैगी आ म्यू एक्स, तो वेरीएबल है एक्स उपर डिपेंड कर रही है। जे फोर्स वेरीएबल होवे तो वर्क करना होंदा आपां बाय यूजिंग इंटीग्रेशन, देयरफॉर वर्क डन ये आऊगा इंटीग्रेशन एफ डी एक्स, इंटीग्रेशन करनी कितों आ, जितों जिथे देखिए अपने उरे डिस्टेंस कितना सी पहला ए, उरे डिस्टेंस कितना एक्स, ए टू एक्स आऊगा जी, यदि इंटीग्रेशन कर लो जी, माइनस एम म्यू बाहर आ गया, एक्स स्केयर बाय 2 हो गया, लिमिटा भरियां, ये एक्स स्केयर माइनस ए स्केयर बाय 2, इंटीग्रेशन करके लिमिटा भरती बना देना, फिर माइनस आके अंदर लै जाओ, ये हो गया इतनी पा लेने आप, ये आ गया एम म्यू बाय 2, अंदर लै गए आप ए स्केयर माइनस एक्स स्केयर। हुण जिहड़ा वर्क डन हुंदा हैगा बाय प्रिंसीपल ऑफ एनर्जी, वर्क डन इज इक्वल किहदे बराबर होगा अपने को, चेंज इन काइनेटिक एनर्जी, देयरफॉर ज़्यादा कह लो चेंज इन काइनेटिक एनर्जी इज इक्वल्स टू वर्क डन एम म्यू बाय 2 ए स्केयर माइनस एक्स स्केयर, एम कट गया जी, आ कट गया, यही अपना एक्सप्रैशन आ गया वेलोसिटी का। इदां आप सॉल्व कर सकते। एक होर किया सी आपां ने इलास्टिक स्ट्रिंग वाला कंसैप्ट किया सीगा, ਉਹਦੇ नूमेरिकल ਉਹਦੇ ਵਿੱਚ भी ये कंसैप्ट यूज कर सकते हैं। मतलब अपने कंसैप्ट तो ਜਿਹੜੇ चैप्टर वाले हैगे ने ਉਹੀ यूज करने, उरे क्यों कर रहे हैं तो स्पैशल लिखा होया कि वर्क एनर्जी लाना तां कर रहे हैं आप। तो नैक्सट देखो जी नूमेरिकल इन इलास्टिक कॉर्ड या स्ट्रिंग कह लो, कॉर्ड मोटी होंगी है, मॉडुलस लैम्डा है, नैचुरल लेंथ एल हैगी, हैंग्स वर्टिकली विद वन एंड बीइंग अटैच्ड टू अ फिक्स्ड पॉइंट एंड अदर टू अ बॉडी ऑफ मास m, the mass is raised till the string has its natural length and is then released from rest, so that its greatest fall in the subsequent motion is 2 mgl। तो देखो किमें होगा,
ਹੁਣ ਇਹ 'ਚ ਮੈਂਸ਼ਨ ਨਹੀਂ ਕੀਤਾ ਹੈਗਾ ਵਰਕ ਐਨਰਜੀ ਨਾਲ ਕੁਐਸਚਨ ਕਰਨਾ ਹੈਗਾ, ਤਾਂ ਤੁਸੀਂ ਜਿਹੜਾ ਪਿੱਛੇ ਕੰਸੈਪਟ ਕੀਤਾ ਆਪਾਂ ਨੇ ਇਲਾਸਟਿਕ ਸਟਰਿੰਗ ਦੇ ਵਿੱਚ ਉੱਦਾਂ ਵੀ ਕਰ ਸਕਦੇ ਹਾਂ ਆਪਾਂ। ਅਦਰਵਾਈਜ਼ ਮੈਂ ਵਰਕ ਐਨਰਜੀ ਨਾਲ ਕਰਵਾ ਰਿਹਾ, ਪ੍ਰਿੰਸੀਪਲ ਆਫ ਐਨਰਜੀ ਨਾਲ ਸ਼ੋਅ ਕਰ ਰਿਹਾ ਹੈਗਾ ਕਿ ਇਹ ਕਿਵੇਂ ਹੋਊਗਾ। ਜੋ ਸਟੇਟਮੈਂਟ ਦੇਖੋ, ਆਹ ਕੋਈ ਸਟਰਿੰਗ ਹੈਗੀ ਆ, ਨੈਚੁਰਲ ਲੈਂਥ L ਹੈਗੀ ਆ, ਮੋਡੂਲਸ ਆਫ ਇਲਾਸਟਿਸਿਟੀ ਜਿਹੜਾ ਹੈਗਾ ਉਹ ਲੈਮਡਾ ਹੈਗਾ। ਇੱਥੇ ਕੋਈ ਮਾਸ ਹੈਂਗ ਕੀਤਾ ਹੋਇਆ ਹੈਗਾ। ਜੇ ਮਾਸ ਆਪਾਂ ਹੈਂਗ ਕਰਾਂਗੇ ਤਾਂ ਡਾਇਗਰਾਮ ਕਿੱਦਾਂ ਬਣੇਗੀ? ਡਾਇਗਰਾਮ ਇੱਦਾਂ ਬਣੇਗੀ, ਇਹਦਾ ਮਾਸ M, ਵੇਟ mg ਹੋ ਜਾਏਗਾ। ਤਾਂ ਮਾਸ ਖਿੱਚੇਗਾ ਉਹਨੂੰ, ਜੇ ਖਿੱਚੇਗਾ ਤਾਂ ਸਟਰਿੰਗ ਥੋੜ੍ਹੀ ਹੋਰ ਲੰਬੀ ਹੋ ਜਾਏਗੀ, ਇਹ ਆ ਜਾਏਗੀ, ਇਹ ਡਾਇਗਰਾਮ ਬਣੇਗੀ। ਇਹ ਸਟਰਿੰਗ ਖਿੱਚੀ ਜਾਊਗੀ, ਪੂਰੇ ਆ ਕੇ ਰੈਸਟ ਤੇ ਆ ਜਾਏ। ਕੀ ਕਰਿਆ ਉਹਨਾਂ ਨੇ ਫਿਰ? ਇਹ ਮਾਸ ਫੜ ਕੇ ਇੱਥੇ ਆ ਕੇ ਦੁਬਾਰਾ ਇਹਨੂੰ AB ਲਾ ਲਓ, AB, ਇਹ ਮਾਸ ਫੜ ਕੇ ਦੁਬਾਰਾ ਇੱਥੇ ਲਿਆਂਦਾ ਨੈਚੁਰਲ ਲਾਈਨ ਤੇ, ਫਿਰ ਛੱਡਤਾ। ਜੇ ਛੱਡਤਾ ਤਾਂ ਇਹਦੀ ਸਪੀਡ ਵਧੂਗੀ ਹੌਲੀ ਹੌਲੀ, ਸਪੀਡ ਵੱਧਦੀ 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 ਟੈਂਸ਼ਨ, ਸਟਰਿੰਗ ਦੀ ਟੈਂਸ਼ਨ ਵਧੀ ਜਾਊਗੀ। ਟੈਂਸ਼ਨ ਤਾਂ ਆਪੋਜ਼ਿਟ ਪਾਸੇ ਐਕਟ ਕਰ ਰਹੀ ਹੈ। ਜੇ ਟੈਂਸ਼ਨ ਵਧੀ ਜਾਊਗੀ, ਇਹਦੀ ਸਪੀਡ ਨੀਚੇ ਨੂੰ ਵੱਧ ਰਹੀ ਹੈ, ਤਾਂ ਇਹ ਟੈਂਸ਼ਨ ਸਪੀਡ ਘਟਾਉਣੀ ਸ਼ੁਰੂ ਕਰ ਦੇਗਾ। ਸਪੀਡ ਘਟਾ ਕੇ ਉਰੇ ਆ ਕੇ ਕਿਤੇ ਜ਼ੀਰੋ ਹੋ ਜਾਏਗੀ। ਜਿਹੜਾ ਇੱਥੇ ਆ ਕੇ ਇਹਦੀ ਵੈਲੋਸਿਟੀ ਜ਼ੀਰੋ ਹੋ ਜਾਏਗੀ। ਆਹ ਡਿਸਟੈਂਸ ਪੁੱਛਿਆ ਉਹਨਾਂ ਨੇ ਕਿ ਕਿੰਨਾ ਡਿਸਟੈਂਸ ਇਹ ਕਵਰ ਕਰੇਗਾ ਤੇ ਕਿੰਨਾ ਡਾਊਨ ਜਾਏਗਾ। ਗ੍ਰੇਟੈਸਟ ਫਾਲ ਹੋਇਆ, ਕਿੰਨਾ ਦੂਰ ਤੱਕ ਫਾਲ ਕਰੇਗਾ। ਤੇ ਆਹ ਡਿਸਟੈਂਸ ਫਾਈਂਡ ਕਰਨ ਵਾਸਤੇ ਕਿਹਾ ਤੇ ਸ਼ੋਅ ਕਰਨਾ ਆਪਾਂ ਡਿਸਟੈਂਸ ਦੇ ਬਰਾਬਰ ਆਊਗਾ। ਦੁਬਾਰਾ ਦੇਖ ਲਓ, ਪਹਿਲਾਂ ਮਾਸ ਹੈਂਗ ਕੀਤਾ, ਮਾਸ ਹੈਂਗ ਕਰਾਂਗੇ, ਸਟਰਿੰਗ ਖਿੱਚੀ ਜਾਊਗੀ, ਉਰੇ ਤੱਕ ਆ ਗਏ, ਇਹਨੂੰ ਫੜ ਕੇ ਇੱਥੇ ਰੱਖਿਆ, ਦੁਬਾਰਾ ਛੱਡਾਂਗੇ ਤਾਂ ਹੌਲੀ ਹੌਲੀ ਵੈਲੋਸਿਟੀ ਵਧੀ ਜਾਊਗੀ। ਇਹ ਫੋਰਸ ਟੈਂਸ਼ਨ ਦੂਜੇ ਪਾਸੇ ਐਕਟ ਕਰੇਗੀ, ਇਹ ਰੋਕੇਗੀ, ਇਹਨੂੰ ਰੋਕ ਕੇ ਵੈਲੋਸਿਟੀ ਫਿਰ ਵਧੂਗੀ, ਫਿਰ ਘਟਣੀ ਸ਼ੁਰੂ ਹੋ ਜੂਗੀ, ਘਟ ਕੇ ਉਰੇ ਪਹੁੰਚੇਗਾ, ਉਰੇ ਆ ਕੇ ਵੈਲੋਸਿਟੀ ਕਿੰਨੀ ਹੋ ਜੂਗੀ? ਜ਼ੀਰੋ ਹੋ ਜੂਗੀ। ਫਿਰ ਦੁਬਾਰਾ ਉੱਪਰ ਖਿੱਚਿਆ ਜਾਊਗਾ। ਤਾਂ ਮੈਕਸੀਮਮ ਜਾਂ ਗ੍ਰੇਟੈਸਟ ਫਾਲ ਜਿਹੜੀ ਹੈ ਇਸ ਕੇਸ ਆਹ ਹੋਊਗੀ, ਇਹੀ ਆਪਾਂ ਲੱਭਣੀ ਹੈ ਕਿੰਨੀ ਆਊਗੀ। ਚਲੋ ਇਹ ਦੇਖ ਲੈਣੇ ਆਪਾਂ, ਇਹ ਮੇਨ ਡਾਇਗਰਾਮ ਤਾਂ ਇਹੀ ਹੈ। ਆਪਾਂ ਲੱਭਦੇ ਹਾਂ ਪਹਿਲਾਂ ਚੇਂਜ ਇਨ ਕਾਈਨੈਟਿਕ ਐਨਰਜੀ। ਹੁਣ ਇਹ ਜਿਵੇਂ ਪਹਿਲਾਂ ਕੀਤਾ ਸੀ ਉਵੇਂ ਆਊਗਾ, ਚੇਂਜ ਇਨ ਕਾਈਨੈਟਿਕ ਐਨਰਜੀ। ਸਟਾਰਟਿੰਗ 'ਚ ਕਾਈਨੈਟਿਕ ਐਨਰਜੀ ਕਿੰਨੀ ਸੀਗੀ, ਪਹਿਲਾਂ ਅਖੀਰ 'ਚ ਕਿੰਨੀ ਸੀਗੀ, ਅਖੀਰ ਦੇ ਵਿੱਚੋਂ ਫਾਈਨਲ ਦੇ ਵਿੱਚੋਂ ਆਪਾਂ ਹਮੇਸ਼ਾ ਮਾਈਨਸ ਕਰਵਾਂਗੇ। ਜੋ ਪਹਿਲਾਂ ਫਾਈਨਲ ਲੱਭਦੇ ਹਾਂ, ਫਾਈਨਲ ਵੈਲੋਸਿਟੀ ਕਿੰਨੀ ਹੈਗੀ ਹੈ? ਜ਼ੀਰੋ। ਉਰੇ ਆ ਕੇ ਬਾਡੀ ਰੈਸਟ ਤੇ ਆ ਗਈ। ਜੇ ਵੈਲੋਸਿਟੀ ਜ਼ੀਰੋ ਆ, ਕਾਈਨੈਟਿਕ ਐਨਰਜੀ ਜ਼ੀਰੋ ਹੋ ਜਾਊਗੀ। ਸਟਾਰਟਿੰਗ ਵਿੱਚ ਵੀ ਡਰੋਪ ਹੀ ਕਰੀ ਆਪਾਂ, ਤਾਂ ਸਟਾਰਟਿੰਗ ਵਿੱਚ ਵੀ ਜ਼ੀਰੋ ਸੀਗੀ, ਤਾਂ ਚੇਂਜ ਇਨ ਕਾਈਨੈਟਿਕ ਐਨਰਜੀ ਕਿੰਨੀ ਹੋ ਗਈ? ਜ਼ੀਰੋ। ਹੁਣ ਲੱਭਣਾ ਆਪਾਂ ਨੇ ਵਰਕ ਡਨ। ਹੁਣ ਇਹ ਇਲਾਸਟਿਕ ਸਟਰਿੰਗ ਦੀ ਗੱਲ ਆ ਰਹੀ ਹੈਗੀ ਆ, ਇਹ ਕਿਵੇਂ ਲੱਭਾਂਗੇ ਆਪਾਂ? ਇਹ ਹੋ ਗਿਆ ਆਪਣੇ ਕੋਲ ਮੀਨ ਆਫ ਟੈਂਸ਼ਨਸ ਇਨਟੂ ਐਕਸਟੈਂਸ਼ਨ। ਮੀਨ ਆਫ ਟੈਂਸ਼ਨ ਉਹ ਦੇਖਦੇ ਆਪਾਂ। ਸਟਾਰਟਿੰਗ ਦੇ ਵਿੱਚ ਜਿਹੜੀ ਟੈਂਸ਼ਨ ਸੀ ਆਪਣੇ ਕੋਲ ਉਹ ਕਿੰਨੀ ਆ, ਉਹ ਦੇਖਣੀ ਹੈ। ਇਹ ਵਰਕ ਡਨ ਬਾਏ ਜਾਂ ਵਰਕ ਡਨ ਬਾਏ ਟੈਂਸ਼ਨ ਕਰ ਲਓ, ਟੈਂਸ਼ਨ ਨਾਲ ਹੋਊਗਾ। ਦੋ ਗੱਲਾਂ ਆਉਣਗੀਆਂ ਅੱਛਾ। ਚਲੋ ਦੇਖੋ, ਪਹਿਲਾਂ ਵਰਕ ਡਨ ਬਾਏ ਟੈਂਸ਼ਨ ਕੀਤਾ ਆਪਣੇ ਕੋਲ ਮੇਨ। ਸਟਾਰਟਿੰਗ ਟੈਂਸ਼ਨ ਕਿੰਨੀ ਸੀਗੀ? ਜਦੋਂ ਬਾਡੀ ਆਪਾਂ ਚੱਕ ਕੇ ਇੱਥੇ ਲੈ ਕੇ ਗਏ, ਟੈਂਸ਼ਨ ਤਾਂ ਆਊਗੀ ਜੇ ਸਟਰਿੰਗ 'ਚ ਖਿੱਚ ਪੈਦਾ ਹੋਊਗੀ। ਜੇ ਬਾਡੀ ਚੱਕ ਕੇ ਆਪਾਂ ਇੱਥੇ ਲਿਆਂਦੀ ਹੈ, ਨੋਰਮਲ ਲੈਂਥ 'ਤੇ ਲੈ ਕੇ ਆਉਂਦਾ ਹੈਗਾ, ਤਾਂ ਇਸ ਕੇਸ 'ਚ ਆਪਣੇ ਕੋਲ ਸਟ੍ਰੈਚਨੈਸ ਕੋਈ ਨਹੀਂ ਹੈ, ਖਿੱਚ ਨਹੀਂ ਹੈਗੀ ਇਹਦੇ ਵਿੱਚ, ਤਾਂ ਟੈਂਸ਼ਨ ਜ਼ੀਰੋ ਹੋ ਗਈ। ਅਤੇ ਫਾਈਨਲ ਟੈਂਸ਼ਨ ਜਿਹੜੀ ਹੈਗੀ ਆ ਉਹ T ਸਪੋਜ਼ ਕਰ ਲੈਣੇ ਆਪਾਂ, ਅਪੋਨ 2 ਮੀਨ ਹੋ ਗਿਆ। ਐਕਸਟੈਂਸ਼ਨ ਕਿੰਨੀ ਮੰਨੀ ਆ, ਉਹ ਆਪਾਂ X ਮੰਨ ਲੈਣੀ, ਕਿੰਨਾ ਖਿੱਚਿਆ ਗਿਆ। ਓਰੀਜਨਲ ਲੈਂਥ ਇਹ ਸੀਗੀ, ਉਹ ਤਾਂ ਖਿੱਚ ਪੈਦਾ ਹੋਈ ਹੈ ਸਾਰੀ, ਇਹੀ X ਆਪਾਂ ਲੱਭਣਾ ਕਿ ਕਿੰਨਾ ਨੀਚੇ ਜਾਊਗਾ, ਇੰਟੂ X ਲੈਣਾ। ਜੇ ਨੈਗੇਟਿਵ ਹੋਊਗਾ ਲੱਗ ਰਿਹਾ ਹੋਊਗਾ ਪਤਾ, ਡਿਸਪਲੇਸਮੈਂਟ ਇੱਦਾਂ ਹੋ ਰਹੀ, ਟੈਂਸ਼ਨ ਦੂਜੇ ਪਾਸੇ ਹੈਗੀ, ਫੋਰਸ ਅਤੇ ਡਿਸਪਲੇਸਮੈਂਟ ਆਪੋਜ਼ਿਟ ਡਾਇਰੈਕਸ਼ਨ ਨੇ। ਤਾਂ ਇਹਦੇ ਵਿੱਚ ਆਪਣੇ ਕੋਲ ਟੈਂਸ਼ਨ ਦਾ ਫਾਰਮੂਲਾ ਕੀ ਹੁੰਦਾ ਹੈਗਾ?
लैम्डा एक्सटेंशन अपॉन ओरिजिनल लेंथ, ये टेंशन होगी अपॉन 2x, तो ये आ गया माइनस लैम्डा x स्क्वायर बाय 2l, ये वर्क डन बाय टेंशन आ गई। एक जो बॉडी आप फड़ के खिंच रहे हैं सिट रहे हैं तो वर्क डन ड्यू टू ग्रैविटी होगा, ये पहला किया सी आपने, तो वर्क डन बाय ग्रैविटी कितना होगा, क्योंकि ग्रैविटी करके नीचे आ रहे हैं, इस करके वर्क डन ये पिछे न्यूमेरिकल किया आपने, वो कितना वो सिंपल ही होता एम मास जी डिस्टेंस कितना कवर किया एम जी एच, तो टोटल वर्क डन कितना बन गया एम जी एक्स माइनस लैम्डा एक्स स्क्वायर बाय 2। Therefore work done, total work done is equals to changing kinetic energy plus 0 equals to by principle of energy mgx minus upon 2l, ये आ गया mgx lambda x square by 2l, x नॉन जीरो होगा, कुछ ना कुछ डिस्टेंस कवर करेगा। इस तो बाद ਇਹਦੇ ਵਿੱਚੋਂ x ਕੱਢ ਲਵਾਂਗੇ, x ਦੀ ਵੈਲਿਊ ਆ ਜਾਏਗੀ 2mgl ਬਾਈ ਲੈਂਡਾ। ਇਹੀ ਆਪਾਂ ਸ਼ੋਅ ਕਰਨਾ ਸੀਗਾ ਕਿ ਡਿਸਟੈਂਸ ਜਿਹੜਾ ਹੈਗਾ ਉਹ ਇੰਨਾ ਕਵਰ ਕਰੇ। ਚਲੋ ਠੀਕ ਹੈ ਜੀ, ਕੁਐਸਚਨ ਕਰਨੇ ਸੀ ਤੇ ਇਹਦੇ ਨਾਲ ਕੁਐਸਚਨ ਟਰਾਈ ਕਰ ਲਿਓ। ਇਹ ਲਾਸਟ ਟੌਪਿਕ ਸੀ એનર્ਜੀ ਦਾ, ਇਸ ਤੋਂ ਬਾਅਦ ਫਿਰ ਆਪਾਂ ਨੈਕਸਟ ਨਵਾਂ ਟੌਪਿਕ ਸ਼ੁਰੂ ਕਰਾਂਗੇ। ਕੋਈ ਪ੍ਰੋਬਲਮ ਹੋਈ ਤਾਂ ਪੁੱਛ ਲਿਓ। ਥੈਂਕ ਯੂ।